ਚੋਪਈ ਲਖੇ ਨ ਸਰਬ ਕਲਾ ਸਮਰੱਥ, ਕਰੋ ਨਿਹਾਲ ਧਰੋ ਸਿਰ ਹੱਥ। ਰਾਈ ਮੇਰ ਮੇਰ ਕੋ ਰਾਈ, ਤਤ ਛਿਨ ਤੁਮ ਕਰ ਦਿਓ ਗੁਸਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਕਿ ਰੋਜ਼ ਹੀ ਸ਼ਾਮ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਸਾਧ ਸੰਗਤ ਦੀਆਂ ਘੜੀਆਂ ਮਾਣਦੇ ਹੋ। ਖਾਲਸਾ ਮੇਰੋ ਰੂਪ ਹੈ ਖਾਸ, ਐਸਾ ਪਾਵਨ ਸ਼ਬਦ ਆਪ ਜੀ ਸ਼ਰਵਣ ਕਰ ਰਹੇ ਸੀ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਇਹ ਖਾਸ ਆਖਿਆ ਖਾਲਸਾ ਜੀ। ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੈ ਭਰਮ ਨਾ ਹੋਈ। ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਖਾਲਸੇ ਨੂੰ ਮਹਾਰਾਜ ਜੀ ਨੇ ਆਪਣੇ ਤੋਂ ਵੱਡਾ ਰੁਤਬਾ ਬਖਸ਼ਿਸ਼ ਕੀਤਾ ਹੈ। ਕਿਉਂ ਕੀਤਾ ਹੈ? कि प्यारा है खालसा, इतना प्यारा है बस अपने अंग ना लगा के अपना रूप ही बना लिया महाराज ने। अपने तो बड़ा महाराज ने, महाराज आप उन्होंने चरणा च खड़े हैं अमृत की दात लैण लई। ओत पोत सागर बुंदेरो, सागर ते बूंद वखरी नहीं होती खालसा जी। खालसा ਅਤੇ ਅਕਾਲ ਪੁਰਖ ਪਰਮੇਸ਼ਰ ਇੱਕੋ ਹੀ ਹੈ। ਸਰਬਲੋਕ ਗ੍ਰੰਥ ਵਿੱਚ ਇਹ ਜ਼ਿਕਰ ਆਉਂਦਾ ਹੈ। ਇੱਕ ਦੋਹਰਾ ਹੈ ਖਾਲਸੇ ਦੀ ਮਹਿਮਾ ਬਾਰੇ, ਹੈ ਤਾਂ ਬਹੁਤ, ਇਹ ਸਾਰਾ ਉਸੇ ਗ੍ਰੰਥ ਵਿੱਚ ਹੈ, ਸਰਬਲੋਕ ਗ੍ਰੰਥ ਵਿੱਚ। ਭਾਈ ਨੰਦ ਲਾਲ ਜੀ ਦੀ ਜੋ ਰਹਿਤਨਾਮਾ ਹੈ ਉਸ ਵਿੱਚ ਸਾਰਾ ਜ਼ਿਕਰ ਆ ਰਿਹਾ। ਤੇ ਉੱਥੇ ਇੱਕ ਜ਼ਿਕਰ ਕਰਦੇ, ਆਤਮ ਰਸ ਜੋ ਜਾਣਹੀਂ सो है खालस देव, प्रभ मह मोह मह तास मह रंचक नाहिन पेव। ਜਿਹੜਾ ਆਤਮ ਰਸ ਨੂੰ ਜਾਣਦਾ ਹੈ ਉਹਦਾ ਆਨੰਦ ਪ੍ਰਾਪਤ ਕਰਦਾ ਹੈ, ਉਹਦਾ ਸਵਾਦ ਪ੍ਰਾਪਤ ਕਰਦਾ ਹੈ, ਉਹਨੂੰ ਕਹਿੰਦੇ ਖਾਲਸਾ। ਆਤਮ ਰਸ ਜੋ ਜਾਣਹੀਂ सो है खालस देव। वो प्योर है बस, खालस प्योर है बस। देव दिव्य रूप है, दिव्य प्रकाश रूप। ताही तो आख्या जागत जोत जपै निसबासुर। वो जोत रूप है, दिव्य रूप है, जेड़ा अपने आत्म रस नूं जानता है। वाहिगुरू 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 वाहिगुरू। जो अंदरों आत्म रस है ना, ਉਹਨੂੰ ਪ੍ਰਾਪਤ ਕਰਦਾ ਹੈ। ਜਿਹੜਾ ਆਤਮ ਰਸ ਨੂੰ ਸਮਝ ਲਵੇ ਕੀ ਹੈ, ਉਹ ਹੈ ਖਾਲਸ ਦੇਵ। ਦੇਵਤਾ ਬਣ ਗਿਆ। ਇਹ ਦੁਨਿਆਵੀ ਦੇਵਤੇ ਨਹੀਂ, ਇਹ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨਹੀਂ। ਇਹ ਤਾਂ ਬਹੁਤ ਨੀਵੇਂ ਹੋਣਗੇ, ਸਾਡੇ ਤੋਂ ਉੱਚੇ ਹਨ ਭਾਈ। ਪਰ ਖਾਲਸਾ ਦੇਵ ਉਹ ਸਭ ਤੋਂ ਉੱਚਾ ਹੈ।
परमात्मा ही बन जाता है खालसा। प्रभ मह मोह मह तास मह रंचक नाहिन पेव। प्रभु विच कलगीधर पातशाह कहते मेरे विच अते तास मह खालसे विच कोई भेव नहीं है, वखरेवा नहीं है, इको ही हो जाते खालसा जी। ते इस करके ऐसा खालस प्योर शुद्ध इंसान बनन लई ਅਸੀਂ ਸਾਰੇ ਸਾਧ ਸੰਗਤ ਦੀਆਂ ਘੜੀਆਂ ਮਾਣ ਰਹੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਚਬਾਰਾ ਸਾਹਿਬ ਦੇ ਸਾਹਮਣੇ ਬੈਠੇ ਗੋਇੰਦਵਾਲ ਸਾਹਿਬ, ਬਾਬਾ ਮੋਹਨ ਜੀ ਪੋਥੀਆਂ ਲੈ ਕੇ ਅੱਗੇ ਮੱਥਾ ਟੇਕਿਆ, ਆਪਣੀ ਵਿਥਿਆ ਸੁਣਾਉਣ ਲੱਗੇ ਕਿ ਮਹਾਰਾਜ ਮੇਰੇ ਵਿੱਚ ਬੜੇ ਔਗੁਣ ਹਨ। ਆਪਣੀ ਵਿਥਿਆ ਕਿਵੇਂ ਸੁਣਾਈ ਕਿ ਸਤਿਗੁਰੂ ਜੀ ਜਦੋਂ ਤੁਹਾਡੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ ਪ੍ਰਾਪਤ ਹੋਣ ਲੱਗੀ ਤੇ ਮੇਰੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਪੁੱਤਰ ਮੋਹਰੀ ਅਤੇ ਮੋਹਨ ਅਸੀਂ ਦੋ ਭਰਾ ਹਾਂ। ਸਭ ਤੋਂ ਪਹਿਲਾਂ ਆਵਾਜ਼ ਮੈਨੂੰ ਮਾਰੀ, ਪਤਾ ਸੀ ਇਹ ਢੀਠ ਹੈ, ਨੇ ਉੱਠਣਾ ਨਹੀਂ। ਆਵਾਜ਼ ਮਾਰੀ ਪੁੱਤਰ ਮੋਹਨ ਜੀ ਉਠੋ, ਮੱਥਾ ਟੇਕੋ ਗੁਰੂ ਰਾਮਦਾਸ ਮਹਾਰਾਜ ਜੀ। ਧੰਨ ਗੁਰੂ ਰਾਮਦਾਸ ਮਹਾਰਾਜ ਖਾਲਸਾ ਜੀ ਨੀਵੇਂ ਹੋ ਕੇ ਗੁਰਿਆਈ ਪ੍ਰਾਪਤ ਕੀਤੀ। ਗਰੀਬੀ ਵਿੱਚ, ਨਿਮਰਤਾ ਵਿੱਚ, ਹਲੀਮੀ ਵਿੱਚ ਆ ਕੇ ਆਪਣੀ ਝੋਲੀ ਵਿੱਚ ਗੁਰਿਆਈ ਪਾਈ ਤੇ ਇਹੀ ਬਚਨ ਕੀਤਾ ਕਿ ਉਠੋ ਮੋਹਨ ਜੀ, ਮੱਥਾ ਟੇਕੋ ਗੁਰੂ ਰਾਮਦਾਸ ਮਹਾਰਾਜ ਜੀ ਨੂੰ, ਸਾਡੇ ਰੂਪ ਹਨ। ਪਰ ਮਹਾਰਾਜ ਜੀ ਮੈਂ ਨਹੀਂ ਉਠਿਆ। ਮੇਰੇ ਮਨ ਵਿੱਚ ਅਹੰਕਾਰ ਸੀ ਕਿ ਮੈਂ ਵੱਡਾ ਹਾਂ, ਪਿਤਾ ਪੁਰਖੀ ਗੱਦੀ ਮੈਨੂੰ ਮਿਲੇਗੀ, ਮੈਂ ਬੜੀ ਬੰਦਗੀ ਵਾਲਾ ਹਾਂ। ਤੇ ਇੱਥੇ ਬੰਦਗੀ ਨਹੀਂ ਚੱਲੀ ਮੇਰੀ, ਕੁਛ ਨਹੀਂ ਚੱਲਿਆ। ਬਸ ਮੈਂ ਆਪਣੇ ਘਰ ਵਿੱਚ ਹੀ ਰਿਹਾ, ਉੱਠਿਆ ਨਾ। ਫਿਰ ਦੂਜੀ ਵਾਰੀ ਆਵਾਜ਼ ਮਾਰੀ ਬਾਬਾ ਮੋਹਰੀ ਜੀ ਨੂੰ, ਉਠੋ ਪੁੱਤਰ ਮੋਹਰੀ ਜੀ, ਤੁਸੀਂ ਉਠੋ, ਮੱਥਾ ਟੇਕੋ ਗੁਰੂ ਰਾਮਦਾਸ ਮਹਾਰਾਜ ਜੀ। ਤੇ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਫਿਰ ਮੇਰਾ ਛੋਟਾ ਭਰਾ ਬਾਬਾ ਮੋਹਰੀ ਜੀ ਉਠੇ ਹਨ ਤੇ ਮੱਥਾ ਟੇਕਿਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਬਚਨ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ, ਇਹ ਮੋਹਰੀ ਸਭ ਦਾ ਮੋਹਰੀ ਬਣ ਗਿਆ ਹੈ। ਬਾਬਾ ਮੋਹਰੀ ਜੀ ਤੁਸੀਂ ਸਭ ਕੁਝ ਲੈ ਗਏ ਹੋ, ਚੁੱਕ ਕੇ ਸਭ ਕੁਝ ਲੈ ਗਏ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈ ਪੈਰੀ ਪਾਏ ਜਿਉ। ਸਭਨਿਕ ਬਣ ਗਏ, ਸ਼੍ਰੋਮਣੀ ਬਣ ਗਏ, ਗੁਰਮੁਖ ਬਣ ਗਏ, ਤੁਸੀਂ ਬ੍ਰਹਮ ਗਿਆਨੀ ਹੋ ਗਏ ਹੋ। ਪਰ ਮਹਾਰਾਜ ਮੈਨੂੰ ਬਖਸ਼ਿਸ਼ ਨਹੀਂ ਹੋਈ। ਮੈਂ ਉਸ ਦਿਨ ਤੋਂ ਸੜਦਾ ਰਿਹਾ। ਭਾਵੇਂ ਮੇਰੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾ ਗਏ, ਗੁਰੂ ਰਾਮਦਾਸ ਮਹਾਰਾਜ ਦੀ ਬੜੀ ਪ੍ਰਗਟਾ ਫੈਲ ਗਈ, ਬਹੁਤ ਵਡਿਆਈ ਹੋਣ ਲੱਗੀ। ਚਾਰੋਂ ਪਾਸਿਆਂ ਤੋਂ ਸੰਗਤਾਂ ਆ ਕੇ ਮੱਥਾ ਟੇਕਦੀਆਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਪਰ ਇਹ ਵਡਿਆਈ ਵੇਖ ਕੇ ਉਹਨਾਂ ਦੀ ਮਹਾਰਾਜ ਮੈਂ ਸੜਨ ਲੱਗਾ ਤੇ ਮੇਰਾ ਹਿਰਦਾ ਕੰਬਣ ਲੱਗਾ। ਪਰ ਅੰਦਰ ਮੈਂ ਸੋਚਿਆ ਕਿ ਮੈਂ ਕਿਉਂ ਸੜਦਾ ਪਿਆ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਗੱਲ ਨੂੰ ਸਮਝਣਾ ਖਾਲਸਾ ਜੀ, ਇਹ ਪੰਕਤੀ ਬੜੀ ਗੰਭੀਰ ਹੈ। ਅਸੀਂ ਦੂਜੇ ਦੀ ਵਡਿਆਈ ਵੇਖ ਕੇ ਕਿਉਂ ਸੜਦੇ ਹਾਂ, ਕਦੀ ਸੋਚਣਾ। ਸੜਨ ਦਾ ਕਾਰਨ ਕੀ ਹੈ? ਸਾਡੇ ਅੰਦਰ ਈਰਖਾ ਹੈ। ਉਹ ਈਰਖਾ ਦਾ ਕਾਰਨ ਹੈ ਹਉਮੈ, ਕਿ ਹਉਮੈ ਨੂੰ ਆਪਣੇ ਅੰਦਰ ਸਾੜਨਾ ਹੈ ਬਸ। ਇਸ ਕਰਕੇ ਫਿਰ ਸਤਿਗੁਰੂ ਜੀ ਮੈਂ ਆਪਣੀ ਹਉਮੈ ਕਰਕੇ, ਕਿ ਮੇਰੇ ਅੰਦਰ ਹਉਮੈ ਸੀ, ਮੈਂ ਸੜ ਰਿਹਾ ਸੀ ਚਿੰਤਾ ਦੀ ਅੱਗ ਵਿੱਚ। ਮੈਂ ਪਹੁੰਚਿਆ ਚੁਬਾਰਾ ਸਾਹਿਬ। ਉੱਥੇ ਧੰਨ ਗੁਰੂ ਅਮਰਦਾਸ ਮਹਾਰਾਜ, ਜਿੱਥੇ ਉਹਨਾਂ ਦੀ ਬੈਠਕ ਹੈ, ਉੱਥੇ ਆਪ ਬਿਰਾਜਮਾਨ ਹੁੰਦੇ। ਅੱਜ ਵੀ ਮਹਾਰਾਜ ਉੱਥੇ ਬਿਰਾਜਮਾਨ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੀ। ਗੁਰੂ ਸ਼ਬਦ ਰੂਪ ਹੈ ਖਾਲਸਾ ਜੀਓ, ਗੁਰੂ ਜੋਤ ਰੂਪ ਹੈ, ਗੁਰੂ ਸ਼ਰਧਾ ਹੈ, ਗੁਰੂ ਵਿਸ਼ਵਾਸ ਹੈ, ਗੁਰੂ ਪ੍ਰੇਮ ਹੈ, ਗੁਰੂ ਅੰਦਰ ਦਾ ਵਲਵਲਾ ਹੈ। ਇੱਕ ਜਿੱਥੇ ਦੇਖੋ ਉੱਥੇ ਹਾਜ਼ਰ ਹਨ।
ਜਿੱਥੇ ਮਹਾਰਾਜ ਰੋਜ਼ ਬਿਰਾਜਮਾਨ ਹੁੰਦੇ ਸਨ, ਚੌਂਕੜਾ ਮਾਰ ਕੇ ਬੈਠਦੇ ਸਨ, ਮੈਂ ਉੱਥੇ ਪਹੁੰਚ ਕੇ ਅਰਦਾਸ ਕੀਤੀ, ਪਿਤਾ ਜੀ ਗੁਰੂ ਅਮਰਦਾਸ ਮਹਾਰਾਜ, ਮੈਂ ਔਗੁਣਾ ਦਾ ਭਰਿਆ ਹੋਇਆ, ਮੇਰੇ ਤੋਂ ਬਹੁਤ ਗਲਤੀਆਂ ਹੋਈਆਂ, ਮੇਰੀ ਗਲਤੀ ਦੀ ਖਿਮਾ ਕਰੋ। ਤੇ ਕਿਵੇਂ ਕਿਵੇਂ ਮੈਂ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੀ ਵਡਿਆਈ ਕੀਤੀ, ਉਹਦਾ ਜ਼ਿਕਰ ਕਰ ਰਹੇ ਹਨ ਬਾਬਾ ਮੋਹਨ ਜੀ। ਆਓ ਸਾਰਾ ਖਾਲਸਾ ਪੰਥ ਗੁਰੂ ਕੇ ਪਿਆਰੇ ਮਾਈ ਭਾਈ ਆਪਣੀ ਸੁਰਤੀ ਬਿਰਤੀ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਲਖੇ ਨ ਸਰਬ ਕਲਾ ਸਮਰੱਥ। हे ਗੁਰੂ ਅਮਰਦਾਸ ਮਹਾਰਾਜ, ਮੈਂ ਨਹੀਂ ਜਾਣਿਆ ਕਿ ਆਪ ਜੀ ਸਰਵ ਕਲਾ ਸਮਰੱਥ ਹੋ। ਅਸੀਂ ਤਾਂ ਇਹੀ ਜਾਣਦੇ ਰਹੇ ਸਾਡੇ ਪਿਤਾ ਹੋ। ਸਾਡੇ ਮਨ ਵਿੱਚ ਅਹੰਕਾਰ ਵੀ ਸੀ, ਮੋਹ ਵੀ ਸੀ ਕਿ ਸਾਡੇ ਪਿਤਾ ਤੁਸੀਂ ਹੋ, ਪਰ ਮੈਂ ਇਹ ਨਹੀਂ ਜਾਣਿਆ ਕਿ ਤੁਸੀਂ ਸਰਵ ਕਲਾ ਸਮਰੱਥ ਹੋ। ਕਰੋ ਨਿਹਾਲ ਤਰੋ ਸਿਰ ਹੱਥ। हे ਮਹਾਰਾਜ, ਹੁਣ ਨਿਹਾਲ ਕਰ ਦੋ ਨਾ। ਕਿਤਨੀਆਂ ਬੇਨਤੀਆਂ ਕਰਾਓਗੇ ਸਤਿਗੁਰ ਜੀ, कितने तरले कराओगे पिता जी, उन निहाल निहाल कर दो। राई मेर मेर को राई। ए महाराज ਤੁਹਾਡੀ ਕਲਾ ਹੈ, ਤੁਸੀਂ ਰਾਈ ਨੂੰ, ਰਾਈ ਕਹਿੰਦੇ ਛੋਟੇ ਨੂੰ, ਕਿਣਕੇ ਨੂੰ, ਤੁਸੀਂ ਮਹਾਰਾਜ ਛੋਟੇ ਨੂੰ ਵੱਡਾ ਬਣਾ ਸਕਦੇ ਹੋ ਤੇ ਵੱਡੇ ਨੂੰ ਛੋਟਾ ਬਣਾ ਸਕਦੇ ਹੋ। ਮਹਾਰਾਜ ਆਪ ਵਿੱਚ ਇਹ ਕਲਾ ਹੈ। ਤਤ ਚਿਨ ਤੁਮ ਕਰ ਦਿਓ ਗੁਸਾਈ। हे ਗੁਸਾਈ, ਜਗਤ ਦੇ ਮਾਲਕ ਸਤਿਗੁਰ ਜੀ, ਤੁਸੀਂ ਉਸੇ ਵੇਲੇ ਇਹ ਸਾਰੇ ਕਾਰਜ ਕਰ ਸਕਦੇ ਹੋ। ਭੁਜੰਗ ਛੰਦ ਗੁਰੂ ਰੂਪ ਸਾਰੇ ਜਗੰ ਵਿੱਚ ਵਿਆਪੇ। ਇਹ ਅਸ਼ਟਕ ਜਦੋਂ ਬਾਬਾ ਮੋਹਨ ਜੀ ਨੇ ਵਡਿਆਈ ਰੂਪ ਵਿੱਚ ਉਚਾਰਨ ਕੀਤਾ ਖਾਲਸਾ ਜੀਓ। हे ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਤੁਸੀਂ ਆਪ ਪਰਮੇਸ਼ਰ ਹੋ, ਜੋਤ ਰੂਪ ਹੋ, ਪਰ ਗੁਰੂ ਰੂਪ ਬਣ ਕੇ ਸਾਰੇ ਜਗਤ ਵਿੱਚ ਆਪਣੀ ਬਾਣੀ ਦਾ ਪ੍ਰਕਾਸ਼ ਕਰ ਰਹੇ ਹੋ। ਨਿਜੰ ਸਿੱਖ ਦਾਸਨ ਕੇ ਤਾਪ ਖਾਪੇ। ਤੁਸਾਂ ਨੇ ਆਪਣੇ ਸਿੱਖਾਂ ਦੇ, ਆਪਣੇ ਦਾਸਾਂ ਦੇ ਪਾਪਾਂ ਨੂੰ ਦੂਰ ਕੀਤਾ ਹੈ। ਪ੍ਰਭੂ ਈਸ਼ ਗਿਆਨੰ ਗੁਣੰ ਕੀਰਤਾਮੰ। हे ਪ੍ਰਭੂ ਜੀ, ਤੁਸੀਂ ਈਸ਼ਵਰ ਰੂਪ ਹੋ, ਗੁਣਾ ਦੇ ਧਾਮ ਹੋ, ਗੁਣਾ ਦੇ ਘਰ ਹੋ, ਤੁਸੀਂ ਸਭ ਕੁਛ ਹੋ। ਨਿਰਇਛਤ ਨਿਰਬਾਣੰ ਸਦਾਹੀਨ ਕਾਮੰ। ਤੁਸੀਂ ਇੱਛਾ ਤੋਂ ਰਹਿਤ ਹੋ, ਤੁਹਾਨੂੰ ਕੋਈ ਬੰਧ ਨਹੀਂ, ਨਿਰਬੰਧ ਹੋ, ਤੁਹਾਨੂੰ ਕੋਈ ਬੰਧਨ ਨਹੀਂ, ਤੇ ਤੁਸੀਂ ਕਾਮਨਾ ਤੋਂ ਰਹਿਤ ਹੋ। ਦਇਓ ਨਾਮ ਦਾਨੰ ਮਹਾਮੂੜ ਤਾਰੇ। हे ਪਿਤਾ ਜੀ ਸਤਿਗੁਰ ਜੀ, ਤੁਸਾਂ ਨੇ ਨਾਮ ਦਾ ਦਾਨ ਦੇ ਕੇ ਵੱਡੇ ਵੱਡੇ ਮੂਰਖਾਂ ਦਾ ਬੇੜਾ ਪਾਰ ਕੀਤਾ ਹੈ, ਅਪਰਾਧੀਆਂ ਦਾ ਬੇੜਾ ਪਾਰ ਕੀਤਾ ਹੈ। ਮਹਾਰਾਜ, ਤੁਹਾਡਾ ਨਾਮ ਐਸਾ ਹੈ ਜਿਹਦੀ ਝੋਲੀ ਵਿੱਚ ਪੈ ਜਾਵੇ ਉਹ ਮੂਰਖ ਵੀ ਚੜ੍ਹਦੀ ਕਲਾ 'ਚ ਪਹੁੰਚ ਜਾਂਦਾ ਹੈ। ਇਸੀ ਲੋਕ ਪੂਜਾ ਪਰਲੋਕੰ ਉਭਾਰੇ। ਤੁਸੀਂ ਮਹਾਰਾਜ ਉਹਨਾਂ ਗਰੀਬਾਂ ਨੂੰ, ਉਹਨਾਂ ਮੂਰਖਾਂ ਨੂੰ, ਉਹਨਾਂ ਅਪਾਹਿਜਾਂ ਨੂੰ, ਕੋੜੀਆਂ ਨੂੰ ਮਹਾਰਾਜ ਇਤਨੇ ਵੱਡੇ ਬਣਾ ਦਿੰਦੇ ਹੋ ਕਿ ਉਹਨਾਂ ਦੀ ਸਲੋਕ ਵਿੱਚ ਹੀ ਪੂਜਾ ਹੁੰਦੀ ਹੈ। ਤੇ ਅਗਾਂਹ ਵੀ ਸਤਿਗੁਰ ਜੀ ਪੂਜਨੀਕ ਬਣਦੇ ਹਨ, ਜਿੱਥੇ ਜਾਣ ਉਹਨਾਂ ਦੀ ਚੜ੍ਹਦੀ ਕਲਾ ਰਹਿੰਦੀ ਹੈ। ਸਦਾ ਦੁੰਦ ਹੀ ਨਾ ਗ੍ਰਹੀ ਹੋਏ ਉਦਾਸੀ। ਤੇ ਮਹਾਰਾਜ ਆਪ ਜੀ ਤੋਂ ਹਮੇਸ਼ਾ ਹੀ ਮਹਾਰਾਜ ਝਗੜੇ ਤੋਂ ਰਹਿਤ ਹੋ, ਤੁਹਾਡੇ ਅੰਦਰ ਕੋਈ ਕਲੇਸ਼ ਨਹੀਂ। ਮਹਾਰਾਜ ਤੁਸੀਂ ਮਹਾਰਾਜ ਉਦਾਸੀ ਹੋ ਕੇ ਵੀ ਗ੍ਰਸਤੀ ਹੋ, ਗ੍ਰਸਤੀ ਹੋ ਕੇ ਵੀ ਉਦਾਸੀ ਹੋ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗ੍ਰਸਤੀ ਹੋ, ਪਰਿਵਾਰ ਵਾਲੇ ਹੋ, ਪਰ ਤੁਹਾਨੂੰ ਪਰਿਵਾਰ ਗ੍ਰਸਦਾ ਨਹੀਂ, ਇਹਨੂੰ ਕਹਿੰਦੇ ਗ੍ਰਸਤੀ। ਜਿਹਨੂੰ ਪਰਿਵਾਰ ਦਾ ਮੋਹ ਨਾ ਗ੍ਰਸੇ, ਮਾਇਆ ਨਾ ਤੰਗ ਕਰੇ, ਉਹ ਤੁਸੀਂ ਹੋ ਮਹਾਰਾਜ।
ਤੁਸੀਂ ਐਸੇ ਹੋ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ, ਤੁਸੀਂ ਪਰਿਵਾਰ ਵਿੱਚ ਰਹਿ ਕੇ ਨਿਰਲੇਪ ਹੋ। ਕਰੋ ਜੋਗ ਭੋਗੰ ਆਲੇਪੰ ਆਨਾਸ਼ੀ। ਤੁਸੀਂ ਯੋਗ ਸਾਧਨਾ ਕਰਨ ਵਾਲੇ ਹੋ ਤੇ ਸਮਾਜ ਵਿੱਚ ਰਹਿ ਕੇ ਸਾਰੇ ਭੋਗ ਭੋਗਦੇ ਹੋਏ ਵੀ, ਸਭ ਖਾਂਦੇ ਪੀਂਦੇ ਹੋਏ ਵੀ ਆਪ ਨਿਰਲੇਪ ਹੋ, ਐਸੇ ਅਲੇਪ ਹੋ ਅਤੇ ਅਬਿਨਾਸ਼ੀ ਹੋ। ਜਨੰ ਦੀਨ ਬੰਧੂ ਸਦਾ ਸਿੱਖ ਪਿਆਰੇ। हे ਮਹਾਰਾਜ, ਤੁਸੀਂ ਸਿੱਖਾਂ ਦੇ ਪਿਆਰੇ ਹੋ, ਆਪਣੇ ਦਾਸਾਂ ਦੇ ਬੰਧੂ ਹੋ, ਮਿੱਤਰ ਹੋ। ਮੁਕੰਦੰ ਨਮੋ ਪਾਦ ਕੰਜੰ ਤੁਮਾਰੇ। हे ਮੁਕਤੀ ਦਾਤੇ, ਤੁਹਾਡੇ ਚਰਨਾਂ 'ਚ ਮੇਰੀ ਨਮਸਕਾਰ ਹੈ। ਅਸੀਂ ਮੱਥਾ ਟੇਕਦੇ ਹਾਂ ਤੁਹਾਡੇ ਚਰਨ ਕਮਲਾਂ ਉੱਤੇ। ਦਇਆ ਸਿੰਧ ਦਾਸਨ ਹੋਵੇ ਸਹਾਈ। ਤੁਸੀਂ ਦਇਆ ਦੇ ਸਮੁੰਦਰ ਹੋ हे ਸਤਿਗੁਰ ਜੀ, ਆਪਣੇ ਦਾਸਾਂ ਦੇ ਸਹਾਈ ਹੋਵੋ ਮਹਾਰਾਜ। ਆਪਣੇ ਪਿਆਰਿਆਂ ਦੇ ਸੇਵਕਾਂ ਦੇ ਮਹਾਰਾਜ ਸਹਾਈ ਬਣ ਕੇ ਸਾਰੇ ਕਾਰਜ ਸਾਰਨ ਵਾਲੇ ਹੋ। ਹਿਰਦੇ ਕੀ ਲਖੇ ਕਾਮਨਾ ਦੇ ਤੇ ਪੁਜਾਈ। ਆਪ ਜੀ ਸਤਿਗੁਰ ਜੀ ਅੰਦਰ ਦੀ ਜਾਣਨ ਵਾਲੇ ਹੋ। ਹਿਰਦੈ ਕੀ ਲਖੈ ਕਾਮਨਾ ਦੇ ਪੁਜਾਈ। ਤੁਸੀਂ ਅੰਦਰ ਦੀ ਗੱਲ ਨੂੰ ਜਾਣਦੇ ਹੋ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਜੋ ਮੰਗਦਾ ਹੈ ਆਪ ਜੀ ਤੋਂ ਤੇ ਆਪ ਜੀ ਸਭ ਦੀ ਇੱਛਾ ਪੂਰੀ ਕਰਦੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਜੋ ਵੀ ਆਪ ਜੀ ਤੋਂ ਕੋਈ ਪਿਆਰਾ ਮੰਗਦਾ ਹੈ, ਜੋ ਠਾਕ ਮੰਗੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾ ਊਹਾ ਸੱਚ ਹੋਵੇ। ਐਸੇ ਮਹਾਰਾਜ ਆਪ ਜੀ ਬਖਸ਼ਿੰਦ ਹੋ, ਸਭ ਕੁਛ ਦਾਨ ਕਰਨ ਵਾਲੇ ਹੋ। ਆਨੰਦੰ ਕੇ ਕੰਦੰ ਨਿਕੰਦੰ ਵਿਕਾਰਾ। ਆਪ ਜੀ ਮਹਾਰਾਜ ਆਨੰਦ ਦੇ ਬੱਦਲ ਹੋ। ਜਿਵੇਂ ਬੱਦਲ ਵਰਖਾ ਕਰਦੇ ਖਾਲਸਾ ਜੀਓ, ਤੁਸੀਂ ਮਹਾਰਾਜ ਸਭਨਾਂ ਨੂੰ ਆਨੰਦ ਦੇਣ ਵਾਲੇ ਹੋ। ਤੇ ਸਤਿਗੁਰ ਤੁਸੀਂ ਵਿਕਾਰਾਂ ਨੂੰ ਨਿਕੰਦਨ ਖਤਮ ਕਰਨ ਵਾਲੇ ਹੋ। ਜਿਹੜੇ ਜਿਹੜੇ ਕਿਸੇ ਸਿੱਖ ਦੇ ਹਿਰਦੇ 'ਚ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਅਹੰਕਾਰ ਹੈ, ਈਰਖਾ ਹੈ, ਬਖੀਲੀ ਹੈ, ਦਵੈਸ਼ ਹੈ, ਚੁਗਲੀ ਹੈ, ਨਿੰਦਾ ਹੈ, ਕਿਤਨੇ ਵਿਕਾਰ ਗਿਣੇ ਨਹੀਂ ਜਾਂਦੇ ਖਾਲਸਾ ਜੀ। ਤੁਸੀਂ ਸਭਨਾਂ ਨੂੰ ਮਹਾਰਾਜ ਕੱਟਣ ਵਾਲੇ ਹੋ, ਨਾਸ਼ ਕਰਨ ਵਾਲੇ ਹੋ। ਤੁਹਾਡਾ ਅੰਮ੍ਰਿਤ ਵਰਗਾ ਜਸ ਜਦੋਂ ਬਦਲਾ ਵਾਂਗ ਮਹਾਰਾਜ ਵਰਖਾ ਕਰਦਾ ਹੈ ਤੇ ਸਭਨਾਂ ਦੇ ਹਿਰਦੇ ਸ਼ਾਂਤ ਹੋ ਜਾਂਦੇ ਹਨ। ਮਹਾਮੋਹ ਕੁੰਭੀ ਬਲੀ ਸ਼ੇਰ ਪਾਰਾ। ਤੇ ਸਤਿਗੁਰ ਜੀ, ਜਿਹੜਾ ਮਹਾ ਮੋਹ ਰੂਪੀ ਹਾਥੀ ਹੈ, ਤੁਸੀਂ ਸ਼ਬਦ ਰੂਪ ਬਣ ਕੇ ਸ਼ੇਰ ਵਾਂਗ ਹਾਥੀ ਨੂੰ ਮਾਰਨ ਵਾਲੇ ਹੋ। ਜਿਵੇਂ ਹਾਥੀ ਨੂੰ ਸ਼ੇਰ ਹੀ ਮਾਰਦਾ ਹੈ, ਜੰਗਲ ਦਾ ਰਾਜਾ ਹੈ, ਪਰ ਤੁਸੀਂ ਸ਼ਬਦ ਰੂਪ ਹੋ ਮਹਾਰਾਜ। ਐਸੇ ਸ਼ਬਦ ਹੋ ਵਾਹਿਗੁਰੂ ਸ਼ਬਦ ਦੁਆਰਾ ਮਹਾਰਾਜ ਜਿਹੜਾ ਮੋਹ ਰੂਪੀ ਹਾਥੀ ਹੈ ਉਹਨੂੰ ਖਤਮ ਕਰਨ ਵਾਲੇ ਹੋ। ਅਹੰਕਾਰ ਨਾਗੰ ਬੇਹੰਗੇ ਸੋ ਤਾਹੀ। ਤੇ ਅਹੰਕਾਰ ਨਾਗੰ, ਨਾਗ ਕਹਿੰਦੇ ਸੱਪ, ਜਿਹੜਾ ਅਹੰਕਾਰ ਕੁੰਡਲੀਆ ਸੱਪ ਹੈ ਖਾਲਸਾ ਜੀਓ, ਤੁਸੀਂ ਮਹਾਰਾਜ ਉਸ ਨੂੰ ਗਰੁੜ ਬਣ ਕੇ ਖਤਮ ਕਰਨ ਵਾਲੇ ਹੋ, ਖਾ ਜਾਣ ਵਾਲੇ ਹੋ। ਤੁਹਾਡਾ ਜਿਹੜਾ ਵਾਹਿਗੁਰੂ ਸ਼ਬਦ ਹੈ, ਤੁਹਾਡੀ ਬਖਸ਼ਿਸ਼ ਹੈ, ਤੁਹਾਡੀ ਮਿਹਰ ਹੈ ਮਹਾਰਾਜ, ਉਹ ਤਾਂ ਗਰੁੜ ਵਾਂਗ ਹੈ। ਉਹ ਜਿਹੜਾ ਅਹੰਕਾਰ ਰੂਪੀ ਸੱਪ ਹੈ ਉਹਨੂੰ ਮਹਾਰਾਜ ਖਤਮ ਕਰ ਦਿੰਦਾ ਹੈ। ਮਹਾਲੋਭ ਵੰਨੀ ਪਾਏ ਨੀਰਵਾਹੀ। ਤੇ ਜਿਹੜਾ ਲੋਭ ਰੂਪੀ ਅੰਦਰ ਅੱਗ ਬਲਦੀ ਪਈ ਹੈ, ਅੱਗ ਹੈ ਖਾਲਸਾ ਜੀ, ਇਹ ਵੀ ਆਣ ਦੇ, ਇਹ ਵੀ ਆਣ ਦੇ, ਇਹ ਵੀ ਆਣ ਦੇ। ਅੱਗ ਵੀ ਜੋ ਪਾਓਗੇ ਉਹ ਆਪਣੇ ਅੰਦਰ ਲੀਨ ਕਰ ਲੇਗੀ। ਬੰਦਾ ਵੀ ਪਾ ਦੋਗੇ ਨਾ, ਬੰਦੇ ਨੂੰ ਸਾੜ ਲੇਗੀ ਉਹ। ਇਹ ਕਹਿੰਦੇ ਲੋਭ। ਤੇ ਮਹਾਰਾਜ ਐਸਾ ਲੋਭ ਸਾਡੇ ਅੰਦਰ ਹੈ, ਪਰ ਤੁਸੀਂ ਆਪਣੀ ਬਖਸ਼ਿਸ਼ ਕਰਨਾ, ਆਪਣੀ ਸ਼ਰਧਾ ਭਾਵਨਾ ਮਹਾਰਾਜ ਸਾਡੇ ਅੰਦਰ ਦੇਣਾ। ਉਹ ਜਲ ਹੈ, ਜਿਸ ਅੱਗ ਉੱਤੇ ਜਲ ਪੈ ਜਾਵੇ
ਉਹ ਅੱਗ ਠੰਡੀ ਠਾਰ ਹੋ ਜਾਂਦੀ ਹੈ। ਤੁਹਾਡੇ ਸਤਿਗੁਰੂ ਜੀ ਨਾਮ ਦਾ ਮੀਂਹ ਪੈ ਜਾਵੇ, ਵਾਹਿਗੁਰੂ ਸ਼ਬਦ ਦਾ ਮੀਂਹ ਪੈ ਜਾਵੇ ਤੇ ਸਾਡਾ ਹਿਰਦਾ ਲੋਹ ਵਾਂਗ ਜਿਹੜਾ ਤਪ ਰਿਹਾ ਸੀ ਉਹ ਠੰਡਾ ਠਾਰ ਹੋ ਜਾਵੇਗਾ। ਗੁਰੂ ਸੇਵ ਠਾਨੇ ਪ੍ਰਸੰਨ ਕਰੇ ਹੈ। ਤੁਸੀਂ ਐਸੇ ਹੋ ਮਹਾਰਾਜ, ਤੁਸਾਂ ਨੇ ਗੁਰੂ ਦੀ ਸੇਵਾ ਕਰਕੇ ਗੁਰੂ ਨੂੰ ਖੁਸ਼ ਕੀਤਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ, ਤੁਸਾਂ ਨੇ ਉਹਨਾਂ ਦੀ ਸੇਵਾ ਕੀਤੀ ਲਗਭਗ 12 ਸਾਲ। 12 ਸਾਲ ਸੇਵਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਨੂੰ ਪ੍ਰਸੰਨ ਕੀਤਾ ਹੈ। ਨਿਜੰ ਜੋਤ ਥਾਪੇ ਅਵਤਾਰੰ ਧਰੇ ਹੈ। ਤੇ ਗੁਰੂ ਅੰਗਦ ਦੇਵ ਮਹਾਰਾਜ ਨੇ ਆਪਣੀ ਜੋਤ ਤੁਹਾਡੇ ਅੰਦਰ ਰੱਖਤੀ ਹੈ। ਲੋ ਗੁਰੂ ਅਮਰਦਾਸ ਮਹਾਰਾਜ, ਤੁਸੀਂ ਅੱਜ ਸੇਵਾਦਾਰ ਨਹੀਂ ਰਹੇ, ਤੁਸੀਂ ਨਿਥਾਵੇ ਨਹੀਂ ਰਹੇ, ਤੁਸੀਂ ਨਿਮਾਣੇ ਨਹੀਂ ਰਹੇ, ਸਭ ਕੁਝ ਤੁਸੀਂ ਬਣ ਗਏ ਹੋ। ਅੱਜ ਤੁਹਾਨੂੰ ਮਾਣ ਵੀ ਮਿਲ ਗਿਆ ਹੈ, ਤੁਹਾਨੂੰ ਤਾਣ ਵੀ ਮਿਲ ਗਿਆ ਹੈ, ਤੁਹਾਨੂੰ ਆਸਰਾ ਮਿਲ ਗਿਆ ਹੈ। ਤੇ ਮਹਾਰਾਜ ਉਹ ਜੋਤ, ਰੱਬੀ ਜੋਤ ਤੁਹਾਡੇ ਅੰਦਰ ਮਹਾਰਾਜ ਜੀ ਨੇ ਟਿਕਾਈ ਹੈ। ਪਏ ਮੋਰ ਬੇਦੀਅਨ ਦੰਬੰ ਵਿਨਾਸ਼ੀ। ਜਿਹੜੇ ਬੇਦੀਆਂ ਦੀ ਕੁਲ ਦੇ ਸਿਰਮੌਰ ਹੋਏ, 3 ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸੁਖ ਦਏ, ਜਹ ਤੈ ਭਏ ਸਹਾਏ। ਐਸੇ ਗੁਰੂ ਨਾਨਕ ਮਹਾਰਾਜ, ਤੁਸੀਂ ਉਹੀ ਬਣ ਗਏ ਹੋ ਮਹਾਰਾਜ। ਉਹੀ ਜੋਤ, ਜੋਤ ਰੂਪ ਹਰ ਆਪ। ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਗੁਰ ਥਿਰ ਕੀਓ। ਵਹੀ ਜੋਤ ਜਾਗੀ ਇਹਾਂ ਤੇਜ ਰਾਸੀ। ਤੇ ਮਹਾਰਾਜ ਉਹੀ ਜੋਤ ਤੁਹਾਡੇ ਅੰਦਰ ਜਾਗ ਪਈ ਹੈ ਤੇ ਤੇਜ ਪ੍ਰਕਾਸ਼ ਰੂਪ ਮਹਾਰਾਜ ਸਭਨਾਂ ਨੂੰ ਗਿਆਨ ਦਾ ਨਾਮ ਦਾਨ ਦੇ ਕੇ ਪ੍ਰਕਾਸ਼ਵਾਨ ਕਰ ਰਹੀ ਹੈ। ਪ੍ਰਸੀਦੋ ਪ੍ਰਭੂ ਨਾਮ ਕੀ ਲਾਜ ਰਾਖੋ। ਤੇ ਸਤਿਗੁਰ ਜੀ ਹੁਣ ਬਖਸ਼ਿਸ਼ ਕਰ ਦੋ, ਖੁਸ਼ ਹੋ ਜਾਓ, ਆਪਣੇ ਨਾਮ ਦੀ ਲਾਜ ਰੱਖੋ। ਤੁਸੀਂ ਅਮਰਦਾਸ ਹੋ ਮਹਾਰਾਜ। ਅਮਰ ਕਹਿੰਦੇ ਹੁਕਮ ਚਲਾਉਣ ਵਾਲੇ, ਅਮਰ ਕਹਿੰਦੇ ਕਦੀ ਖਤਮ ਨਾ ਹੋਣ ਵਾਲੇ। ਤੁਸੀਂ ਮਹਾਰਾਜ ਆਪਣੇ ਦਾਸਾਂ ਤੇ ਹੁਕਮ ਚਲਾਉਣ ਵਾਲੇ ਹੋ। ਖੁਸ਼ ਹੋਵੋ ਸਤਿਗੁਰ ਜੀ, ਆਪਣੇ ਨਾਮ ਦੀ ਲਾਜ ਰੱਖੋ। ਛਿਮੋ ਦੋਸ਼ ਮੇਰੇ ਨਿਜੰ ਦਾਸ ਲਾਖੋ। ਤੇ ਸਤਿਗੁਰ ਜੀ ਆਪਣਾ ਦਾਸ ਜਾਣ ਕੇ ਮੇਰੇ ਸਾਰੇ ਔਗੁਣ ਮੁਆਫ ਕਰ ਦੋ। ਨਮੋ ਸ਼ਾਤ ਚੀਤੰ ਨਮੋ ਗਿਆਨ ਨੀਤੰ। ਨਮਸਕਾਰ ਹੈ ਸ਼ਾਂਤ ਚਿੱਤ ਵਾਲੇ ਗੁਰੂ ਅਮਰਦਾਸ ਮਹਾਰਾਜ ਜੀ। ਤੁਸੀਂ ਸ਼ਾਂਤ ਹੋ ਮਹਾਰਾਜ, ਤੁਸੀਂ ਐਸੇ ਹੋ ਮਹਾਰਾਜ, ਬਿਲਕੁਲ ਸ਼ਾਂਤ ਰਸ ਵਾਲੇ ਹੋ। ਤੁਹਾਡਾ ਇਹ ਸ਼ਾਂਤ ਰਸ ਕਿਹਾ ਨਹੀਂ ਜਾ ਸਕਦਾ। ਨਮੋ ਦਾਸ ਮੀਤੰ ਨਮੋ ਸੁਭਰ ਗੀਤੰ। ਸੁਭਰ ਗੀਤੰ, ਤੁਹਾਡੀ ਬਾਣੀ ਮਹਾਰਾਜ ਬੜੀ ਮਿੱਠੀ ਹੈ, ਸੁੰਦਰ ਹੈ। ਤੇ ਹੇ ਦਾਸਾਂ ਨੂੰ ਪਿਆਰ ਕਰਨ ਵਾਲੇ, ਤੁਹਾਨੂੰ ਸਾਡੀ ਨਮਸਕਾਰ ਹੈ। ਬਿਨਤੀ ਸੁਨੀ ਜੈ ਕਿਰਪਾ ਆਪ ਕੀਜੈ। ਮਹਾਰਾਜ ਆਪਣੇ ਪਿਆਰੇ ਦੀ ਬੇਨਤੀ ਸੁਣੋ, ਆਪਣੇ ਮੋਹਨ ਦੀ ਬੇਨਤੀ ਸੁਣੋ ਤੇ ਆਪ ਜੀ ਕਿਰਪਾ ਕਰੋ। ਭਾਈ ਫੂਲ ਮੋਤੇਰੀ ਦੇ ਨਾ ਤਰੀਜੈ। ਸਤਿਗੁਰ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਹੁਣ ਉਸ ਗਲਤੀ ਨੂੰ ਮੁਆਫ ਕਰ ਦੋ। ਵਿਗਾਰੇ ਸਦਾ ਕਾਜ ਪੁੱਤਰਾਨ ਕੇਰਾ। ਸਤਿਗੁਰ ਜੀ ਐਸੀਆਂ ਗਲਤੀਆਂ ਪੁੱਤਰ ਰੋਜ਼ ਹੀ ਕਰਦੇ ਹਨ ਤੇ ਮਾਂ ਪਿਓ ਦਾ ਫਰਜ਼ ਹੈ ਕਿ ਆਪਣੇ ਪੁੱਤਰਾਂ ਨੂੰ ਮਾਫ ਕਰਨਾ। ਪੁੱਤਰ ਤਾਂ ਕੰਮ ਵਿਗਾੜਦੇ ਹੀ ਵਿਗਾੜਦੇ ਹਨ, ਪਰ ਮਹਾਰਾਜ ਜੇ ਪਿਤਾ ਬਖਸ਼ਿੰਦ ਹੋਵੇ ਨਾ ਤੇ ਕਹਿੰਦਾ ਜਾ ਪੁੱਤਰ ਚੱਲ ਮਾਫ ਕੀਤਾ ਤੈਨੂੰ। ਇਸ ਕਰਕੇ ਮਹਾਰਾਜ ਹੁਣ ਮਾਫ ਕਰ ਦੋ। ਸੁਧਾਰੇ ਪਿਤਾ ਪੈ ਤੁਲਾਰੇ ਕਨੇਰਾ। ਪਿਤਾ ਤੇ ਗਲਤੀਆਂ ਸੁਧਾਰਦਾ ਹੈ ਪੁੱਤਰ, ਅੱਜ ਤੋਂ ਬਾਅਦ ਗਲਤੀ ਨਾ ਕਰੀ। ਪੁੱਤਰ ਫਿਰ ਗਲਤੀ ਕਰਦਾ ਹੈ, ਪਿਤਾ ਕਹਿੰਦਾ ਪੁੱਤਰ ਫਿਰ ਨਾ ਗਲਤੀ ਕਰੀ। ਪੁੱਤਰ ਬਾਰ-ਬਾਰ ਗਲਤੀਆਂ ਤੇ ਪਿਤਾ ਕਹਿੰਦਾ ਚੱਲ ਪੁੱਤਰ ਤੈਨੂੰ ਛੱਡ, ਤੈਨੂੰ ਮਾਫ ਕੀਤਾ। ਐਸੇ ਹੋ ਮਹਾਰਾਜ, ਤੁਸੀਂ ਬਹੁਤ ਦੁਲਾਰ ਕਰਨ ਵਾਲੇ ਹੋ, ਪਿਆਰ ਕਰਨ ਵਾਲੇ ਹੋ। ਲਖੇ ਆਪਨੋ ਨੀਕ ਪੰਥੇ ਚਲਾਵੇ। ਤੁਸੀਂ ਆਪਣੇ ਪੁੱਤਰਾਂ ਨੂੰ ਚੰਗੇ ਜਾਣ ਕੇ, ਆਪਣਾ ਜਾਣ ਕੇ ਉਹਨਾਂ ਨੂੰ
ਸਿੱਧੇ ਰਸਤੇ ਪਾਉਂਦੇ ਹੋ। ਸਦਾ ਜੈ ਸਦਾ ਤੋਹਿ ਗਾਵੇਂ। ਇਹ ਸਤਿਗੁਰ ਜੀ ਤੁਹਾਡੀ ਜੈ ਜੈਕਾਰ ਹੋਵੇ, ਤੁਹਾਡੀ ਜੈ ਜੈਕਾਰ ਹੋਵੇ। ਸਭ ਆਪ ਜੀ ਨੂੰ ਇਹੀ ਗਾਉਂਦੇ ਹਨ, ਮੈਂ ਵੀ ਗਾਉਂਦਾ ਹਾਂ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। हे ਗੁਰੂ ਅਮਰਦਾਸ ਮਹਾਰਾਜ, ਤੁਸੀਂ ਧੰਨ ਹੋ, ਤੁਹਾਡੀ ਜੈ ਜੈਕਾਰ ਹੈ। ਨਾ ਮੋਲੇ ਹੋ ਮੇਰੀ ਗੁਰੂ ਰੂਪ ਸੋਹੇ। ਇਹ ਗੁਰੂ ਰੂਪ ਬਣ ਕੇ ਆਪ ਜੀ ਸੁਭਾਏਮਾਨ ਹੋਏ ਹੋ ਮਹਾਰਾਜ, ਤੇ ਮੇਰੀ ਨਮਸਕਾਰ ਸਵੀਕਾਰ ਕਰੋ। ਸਮਾਨੰ ਨਾ ਆਨੰ ਆਨੰਦੰ ਸਦੋਹੇ। ਮਹਾਰਾਜ ਆਪ ਜੀ ਆਨੰਦ ਸਰੂਪ ਹੋ, ਤੁਹਾਡੇ ਵਰਗਾ ਹੋਰ ਕੋਈ ਨਾ ਹੋਇਆ ਹੈ ਤੇ ਨਾ ਹੋਵੇਗਾ। ਦੋਹਰਾ ਇਮ ਅਸ਼ਟਕ ਜਬ ਮੈਂ ਕਯੋ, ਪਏ ਪ੍ਰਸੰਨ ਵਿਸਾਲ। ਬਾਬਾ ਮੋਹਨ ਜੀ ਬਿਆਨ ਕਰਦੇ, ਹੈ ਗੁਰੂ ਅਰਜਨ ਦੇਵ ਮਹਾਰਾਜ ਜੀ, ਜਦੋਂ ਮੈਂ ਇਸ ਤਰ੍ਹਾਂ ਅਸ਼ਟਕ 8 ਛੰਦਾਂ ਵਿੱਚ ਵਡਿਆਈ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ, ਪਿਤਾ ਸਰੂਪ ਪਾਰਬ੍ਰਹਮ ਪਰਮੇਸ਼ਰ ਧੰਨ ਗੁਰੂ ਅਮਰਦਾਸ ਜੀ ਵਡਿਆਈ ਕੀਤੀ ਇਹਨਾਂ 8 ਛੰਦਾਂ ਵਿੱਚ। ਬੀਚ ਚੁਬਾਰੇ ਤੇ ਸ਼ਬਦ ਨਿਕਸਤ ਪਾਤਿਸ ਕਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਪਤਾ ਲੱਗ ਗਿਆ ਨਾ, ਉੱਥੇ ਸ਼ਬਦ ਬਾਹਰ ਆਏ ਸੀ। ਦੁਬਾਰਾ ਪੰਕਤੀ ਪੜੋ ਜੀ। ਬੀਚ ਚੁਬਾਰੇ ਤੇ ਸ਼ਬਦ ਨਿਕਸਤ ਪਾਤਿਸ ਕਾਲ। ਉਸ ਦੁਆਰਾ ਸਾਹਿਬ ਤੋਂ ਸ਼ਬਦ ਬਾਹਰ ਆਇਆ ਖਾਲਸਾ ਜੀ। ਸ਼ਬਦ ਕੌਣ ਸੀ? ਗੁਰੂ ਨਾਨਕ ਮਹਾਰਾਜ, ਸ਼ਬਦ ਗੁਰੂ ਅੰਗਦ ਦੇਵ ਮਹਾਰਾਜ, ਸ਼ਬਦ ਗੁਰੂ ਅਮਰਦਾਸ ਮਹਾਰਾਜ। ਇਹ ਸ਼ਬਦ ਰੂਪ ਹਨ। ਤੇ ਉਥੋਂ ਚੁਬਾਰਾ ਸਾਹਿਬ ਤੋਂ ਮਹਾਰਾਜ ਜੋ ਸ਼ਬਦ ਰੂਪ ਆਵਾਜ਼ ਆਈ, ਤੇ ਉਹ ਆਵਾਜ਼ ਮੇਰੇ ਕੰਨਾਂ ਵਿੱਚ ਇਸ ਤਰ੍ਹਾਂ ਪਈ ਹੈ। ਜੋ ਪਈ ਸੁਨੋ ਪੁੱਤਰ ਮੈਂ ਭਇਓ ਪ੍ਰਸੰਨੇ। ਤੇ ਆਵਾਜ਼ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਬਦ ਰੂਪ ਆਵਾਜ਼ ਹੈ। ਸਰੀਰ ਅੱਜ ਕੱਲ ਨਹੀਂ ਹੈ ਖਾਲਸਾ ਜੀ, ਸਰੀਰ ਤਾਂ ਬਿਨਸਨ ਵਾਲਾ ਹੈ। ਤੇ ਆਵਾਜ਼ ਐਸੀ ਆਈ ਸ਼ਬਦ ਰੂਪ, ਕਹਿਣ ਲਗੇ, ਹੈ ਪੁੱਤਰ ਤੁਹਾਡੀ ਬੇਨਤੀ ਸਵੀਕਾਰ ਹੋਈ ਹੈ, ਅਸੀਂ ਖੁਸ਼ ਹੋਏ ਹਾਂ। ਕਹੋ ਬਾਕ ਲੀਜੇ ਮਨ ਮੰਨੇ। ਤੇ ਹੇ ਪੁੱਤਰ ਸਾਡਾ ਹੁਣ ਬਚਨ ਇਹਨੂੰ ਮੰਨ ਕੇ ਰੱਖੀ ਆਪਣੇ ਮਨ ਵਿੱਚ। ਮਨ ਮੰਨੇ, ਆਪਣੇ ਮਨ ਵਿੱਚ ਇਹਨੂੰ ਮੰਨ ਲਈ, ਇਹ ਸਾਡਾ ਬਚਨ। ਸਭ ਸਤ ਗੁਰਨ ਸ਼ਬਦ ਜੇ ਰਾਸੀ। ਤੇ ਸਾਰੇ ਗੁਰੂ ਸਾਹਿਬਾਨ ਦੇ ਜਿਹੜੇ ਸ਼ਬਦ ਰਾਸੀ ਹਨ, ਰਾਸੀ ਕਹਿੰਦੇ ਰਾਸੀ ਪੂੰਜੀ ਰੂਪ। ਤੇਰੇ ਕੋਲ ਐਸੀ ਪੂੰਜੀ ਹੈ ਜੋ ਕਿਸੇ ਕੋਲ ਨਹੀਂ ਹੈ। ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀ ਬਾਣੀ। ਇਹ ਸਾਡੀ ਬਾਣੀ ਤੁਹਾਡੇ ਕੋਲ ਹੈ ਪੁੱਤਰ, ਹੋਰ ਭਗਤਾਂ ਦੀ ਬਾਣੀ ਹੈ। ਇਹ ਤੇਰੇ ਕੋਲ ਰਾਸੀ ਪੂੰਜੀ ਹੈ। ਸੋ ਸੰਭਾਰ ਰਾਖ ਨਿਜ ਪਾਸੀ। ਤੇ ਇਹ ਗੱਲ ਪੱਲੇ ਬੰਨ ਲੈ ਪੁੱਤਰ, ਇਹ ਰਾਸੀ ਐਸੀ ਹੈ, ਇਹ ਕਦੀ ਖਤਮ ਨਹੀਂ ਹੋਣ ਵਾਲੀ। ਇਹਨੂੰ ਸਾਂਭ ਕੇ ਰੱਖੀ। ਇਹ ਨਾਮ ਦੀ ਰਾਸੀ ਹੈ, ਇਹ ਕੋਈ ਆਮ ਪੋਥੀਆਂ ਨਹੀਂ। ਹਰ ਰਾਸ ਮੇਰੀ ਮਨ ਵਣਜਾਰਾ। ਇਹ ਰਾਸ, ਇਹ ਪੂੰਜੀ ਹੈ। ਵਾਹਿਗੁਰੂ ਇਹ ਬਾਣੀ ਹੈ, ਵਾਹਿਗੁਰੂ ਇਹ ਸ਼ਬਦ ਹੈ। ਇਹੀ ਤਾਂ ਹੈ ਹਰੀ ਰੂਪ। ਪੁੱਤਰ ਇਹਨੂੰ ਸਾਂਭ ਕੇ ਰੱਖੀ। ਰਾਮਦਾਸ ਕੋ ਨੰਦਨ ਗਿਆਨੀ। ਤੇ ਤੁਹਾਡੇ ਕੋਲ ਗੁਰੂ ਰਾਮਦਾਸ ਮਹਾਰਾਜ ਦੇ ਛੋਟੇ ਸੁਪੁੱਤਰ, ਨੰਦਨ ਕਹਿੰਦੇ ਸੁਪੁੱਤਰ, ਜੋ ਗਿਆਨਵਾਨ ਆਤਮ ਗਿਆਨੀ ਹਨ। ਚਾਹੇ ਬੀੜ ਕਰਬੋ ਇੱਕ ਬਾਨੀ। ਤੇ ਉਹ ਬੜਾ ਵੱਡਾ ਉਪਕਾਰ ਕਰਨਗੇ ਸਾਰੀ ਮਨੁੱਖਤਾ ਉੱਤੇ, ਕਿ ਸਾਰੀ ਬਾਣੀ ਨੂੰ ਇਕੱਠਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨਗੇ। ਗੁਰਬਾਣੀ ਕੋ ਖੋਜੈ ਸੋਈ। ਤੇ ਪਹਿਲਾਂ ਉਹ ਗੁਰਬਾਣੀ ਲੱਭਣਗੇ ਵੀ ਕਿੱਥੇ ਕਿੱਥੇ ਪੋਥੀਆਂ ਪਈਆਂ। ਉਹ ਪੋਥੀਆਂ ਕਿਸੇ ਕੋਲ ਹੋਰ ਕੋਲ ਤਾਂ ਹੋਣਗੀਆਂ ਨਹੀਂ,
ਉਹ ਪਹਿਲਾਂ ਇਸ ਤਰ੍ਹਾਂ ਖੋਜ ਕਰਨਗੇ। ਤੁਝ ਬਿਨ ਅਪਰ ਥਾਨ ਨੈ ਤੇ ਹੋਈ। ਪੁੱਤਰ ਜਿੱਥੋਂ ਜਿੱਥੋਂ ਲੱਭਣਗੇ ਉਹਨਾਂ ਨੂੰ ਪੋਥੀਆਂ ਕਿਧਰੋਂ ਨਹੀਂ ਮਿਲਣੀਆਂ। ਤੁਹਾਡੇ ਤੋਂ ਬਿਨਾ ਹੋਰ ਕਿਸੇ ਕੋਲ ਇਹ ਪੋਥੀਆਂ ਨਹੀਂ ਹਨ। ਅਪਰ ਲੇਨ ਆਵੇ ਨੈ ਦੀਜੈ। ਪਰ ਪੁੱਤਰ ਧਿਆਨ ਰੱਖੀ, ਪੋਥੀਆਂ ਲੈਣ ਵਾਸਤੇ ਬੜੇ ਆਣਗੇ ਪਰ ਕਿਸੇ ਨੂੰ ਦੇ ਹੀ ਨਾ। ਪਤਾ ਸੀ ਮਹਾਰਾਜ ਜੀ ਨੂੰ ਬੁੱਢਾ ਸਾਹਿਬ ਜੀ ਵੀ ਆਣਗੇ, ਭਾਈ ਗੁਰਦਾਸ ਜੀ ਵੀ ਆਣਗੇ, ਹੋਰ ਵੀ ਕਈ ਆਣਗੇ। ਪਹਿਲਾਂ ਵੀ ਕਈ ਆਏ ਖਾਲਸਾ ਜੀ ਕਿ ਸਾਨੂੰ ਦੋ ਬਾਣੀ, ਅਸੀਂ ਕਾਰਜ ਕਰਦੇ ਆਂ। ਪਰ ਪੁੱਤਰ ਧਿਆਨ ਰੱਖੀ, ਇਹ ਪੋਥੀਆਂ ਕਿਸੇ ਨੂੰ ਦੇਣੀਆਂ ਨਹੀਂ। ਬਹੁਰ ਸੋ ਮਿਲੇ ਪ੍ਰੇਮ ਕੋ ਕੀਜੈ। ਤੇ ਫਿਰ ਤੈਨੂੰ ਸਾਰੇ ਆ ਕੇ ਮਿਲਣਗੇ ਪਰ ਪੋਥੀਆਂ ਨਹੀਂ ਦੇਣੀਆਂ। ਪਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਤੈਨੂੰ ਪ੍ਰੇਮ ਨਾਲ ਆ ਕੇ ਮਿਲਣਗੇ ਜਦੋਂ। ਰਾਮਦਾਸ ਕੋ ਨਮੋ ਨ ਤਾਰੀ। ਪਰ ਪੁੱਤਰ ਤੇਰੀ ਗਲਤੀ ਇਹੀ ਹੈ ਨਾ ਕਿ ਤੂੰ ਨਮਸਕਾਰ ਨਹੀਂ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ। ਤੇ ਹੁਣ ਉਹਨਾਂ ਦਾ ਪੁੱਤਰ ਹੈ ਗੁਰੂ ਅਰਜਨ ਦੇਵ ਮਹਾਰਾਜ, ਜਦੋਂ ਪੋਥੀਆਂ ਲੈਣ ਆਣਗੇ ਤੈਨੂੰ ਨਮਸਕਾਰ ਉਹਨਾਂ ਦੇ ਚਰਨਾਂ ਵਿੱਚ ਕਰਨੀ ਪਵੇਗੀ। ਬਨ ਤਿਨ ਸੁਤ ਕੇ ਨਮਰ ਅਗਾਰੀ। ਤੇ ਗੁਰੂ ਰਾਮਦਾਸ ਮਹਾਰਾਜ ਹੀ ਜੋਤ ਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਬਣੇ। ਤੇ ਤੁਸੀਂ ਹੁਣ ਉਹਨਾਂ ਦੇ ਚਰਨਾਂ ਤੇ ਮੱਥਾ ਟੇਕੋਗੇ। ਇੱਕੋ ਹੀ ਰੂਪ ਹਨ ਦੋਵੇਂ ਹੀ। ਚਰਨ ਪਰੋ ਹੋਵੇ ਨਿਰਹੰਕਾਰਾ। ਤੇ ਪੁੱਤਰ ਧਿਆਨ ਰੱਖੀ, ਬਿਨਾਂ ਹੰਕਾਰ ਤੋਂ ਚਰਨਾਂ ਤੇ ਪੈ ਜਾਈ। ਐਵੇਂ ਮਨ ਦਾ ਹੰਕਾਰ ਨਾ ਕਰੀ ਕਿ ਮੈਂ ਵੱਡਾ ਹਾਂ ਜੀ, ਮੈਂ ਮਾਮਾ ਜੀ ਹਾਂ, ਕਿਉਂ ਮੱਥਾ ਟੇਕਾਂ ਉਹਨਾਂ ਦੇ। ਨਹੀਂ, ਇੱਥੇ ਮਾਮਾ ਭਾਣਜਾ ਨਹੀਂ, ਇੱਥੇ ਗੁਰਸਿੱਖ ਤੇ ਗੁਰੂ ਦਾ ਨਾਤਾ ਹੈ। ਇੱਥੇ ਅਕਾਲ ਪੁਰਖ ਪਰਮੇਸ਼ਰ ਤੇ ਸੇਵਕ ਦਾ ਨਾਤਾ ਹੈ। ਪੁੱਤਰ ਬਿਨਾਂ ਅਹੰਕਾਰ ਤੋਂ ਉਹਨਾਂ ਦੇ ਚਰਨਾਂ ਤੇ ਪੈ ਜਾਈ। ਸੋ ਤਬ ਰਖਿਅਕ ਬਨੇ ਤੁਮਾਰਾ। ਤੇ ਉਦੋਂ ਗੁਰੂ ਅਰਜਨ ਦੇਵ ਮਹਾਰਾਜ ਹੀ ਆਪ ਜੀ ਦੀ ਰੱਖਿਆ ਕਰਨਗੇ। ਅਪਰ ਨ ਗਿਨਤੀ ਗਿਨੀਐ ਕੋਈ। ਪੁੱਤਰ ਹੋਰ ਗਿਣਤੀ ਮਿਣਤੀ ਨਾ ਗਿਣੀ, ਕੋਈ ਵਿਚਾਰਾ ਨਾ ਗਿਰੀ ਵੀ ਮੇਰੇ ਤੋਂ ਛੋਟੇ ਹਨ ਜੀ, ਇਹ ਕਿਵੇਂ ਆਏ ਪੋਥੀਆਂ ਲੈਣ ਵਾਸਤੇ, ਇਹ ਵਿਚਾਰ ਨਾ ਕਰੀ। ਸਤਿਗੁਰ ਰੂਪ ਜਾਣੀਐ ਸੋਈ। ਪਰ ਉਹਨਾਂ ਨੂੰ ਇਹੀ ਜਾਣੀ ਕਿ ਸਤਿਗੁਰ ਰੂਪ ਹਨ, ਉਹ ਸਾਡੇ ਰੂਪ ਹਨ, ਜੋਤ ਰੂਪ ਗੁਰੂ ਨਾਨਕ ਮਹਾਰਾਜ। ਇਹੀ ਜਾਣੀ ਉਹਨਾਂ ਨੂੰ। ਰਹਿਓ ਪ੍ਰਤੀਖਨ ਕਰਤ ਵਿਸਾਲਾ। ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ, ਇਸ ਤਰ੍ਹਾਂ ਮੈਂ ਤੁਹਾਡੀ ਉਡੀਕ ਕਰਦਾ ਰਿਹਾ। ਜਦੋਂ ਇਹ ਆਵਾਜ਼ ਸੁਣੀ ਆਪਣੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਦੀ, ਤੇ ਮੈਂ ਚੁਬਾਰੇ ਸਾਹਿਬ ਆ ਕੇ ਬੈਠ ਗਿਆ। ਕਿਤਨੇ ਸਾਲ ਹੋ ਗਏ ਤੁਹਾਡੀ ਉਡੀਕ ਕਰਦਾ ਰਿਹਾ ਕਿ ਕਦੋਂ ਆਣਗੇ ਮੇਰੇ ਮੁਕਤੀ ਦਾਤੇ, ਕਦੋਂ ਆਣਗੇ ਗੁਰੂ ਅਰਜਨ ਦੇਵ ਮਹਾਰਾਜ, ਮੈਨੂੰ ਬਖਸ਼ਿਸ਼ ਕਰਨਗੇ। ਪਰ ਮਹਾਰਾਜ ਤੁਹਾਡੀ ਉਡੀਕ ਵਿੱਚ ਮੈਂ ਬਹੁਤਾ ਸਮਾਂ ਇੱਥੇ ਬੈਠਾ ਰਿਹਾ। ਪ੍ਰਾਪਤ ਪਇਓ ਆਨ ਸੋ ਕਾਲਾ। ਮਹਾਰਾਜ ਹੁਣ ਉਹ ਸਮਾਂ ਆ ਗਿਆ ਹੈ, ਤੁਸੀਂ ਆਪ ਚੱਲ ਕੇ ਆਏ ਹੋ ਸਤਿਗੁਰੂ ਜੀ ਪੋਥੀਆਂ ਲੈਣ ਵਾਸਤੇ। ਕਹਿਓ ਕਠੋਰ ਹੇਤ ਪਤੀ ਆਵਨ। ਪਰ ਸਤਿਗੁਰੂ ਜਿਹੜੇ ਬਚਨ ਮੈਂ ਤੁਹਾਨੂੰ ਆਖੇ ਕਠੋਰ ਬਚਨ ਆਖੇ ਹਨ, ਗੁੱਸੇ ਵਾਲੇ ਬਚਨ ਆਖੇ, ਤੁਹਾਡੀ ਨਿੰਦਾ ਕੀਤੀ ਮਹਾਰਾਜ। ਤੁਹਾਨੂੰ ਪਤਿਆਉਣਾ ਸੀ ਕਿ ਦੇਖਣਾ ਸੀ ਵੀ ਇਹੀ ਅਸਲ ਗੁਰੂ ਹਨ। ਜੇ ਅਸਲ ਗੁਰੂ ਤੁਸੀਂ ਨਾ ਹੁੰਦੇ ਤੁਸੀਂ ਵੀ ਗੁੱਸੇ ਵਿੱਚ ਆ ਜਾਂਦੇ, ਤੁਹਾਨੂੰ ਵੀ ਕ੍ਰੋਧ ਆ ਜਾਂਦਾ। ਪਰ ਮਹਾਰਾਜ ਇਹਨੂੰ ਕਹਿੰਦੇ ਸਹਿਨਸ਼ੀਲਤਾ ਵਾਲੇ ਗੁਰੂ ਅਰਜਨ ਦੇਵ ਮਹਾਰਾਜ, ਸ਼ਾਂਤ ਰਸ ਵਾਲੇ ਗੁਰੂ ਅਰਜਨ ਦੇਵ ਮਹਾਰਾਜ। ਇਹ ਤੁਹਾਡੀ ਸਹਿਨਸ਼ੀਲਤਾ ਹੈ। ਲਖ ਲੀਨੇ ਤੁਮ ਸੋ ਮਨ ਪਾਵਨ। ਤੇ ਮਹਾਰਾਜ ਮੈਂ ਜਾਣ ਲਿਆ ਕਿ ਤੁਸੀਂ ਉਹੀ ਹੋ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਤੁਸੀਂ ਉਹੀ ਹੋ ਮਹਾਰਾਜ, ਗੁਰ ਅਰਜਨ ਪ੍ਰਤੱਖ ਹਰ, ਉਹੀ ਹੋ ਮਹਾਰਾਜ। ਦੋਇਥਾ ਬਾਣੀ ਕਾ ਬੋਹਿਥਾ, ਉਹੀ ਹੋ ਮਹਾਰਾਜ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ, ਮੇਰੀ ਆਪ ਜੀ ਉਹੀ ਮਹਾਰਾਜ। ਉਹੀ ਹੋ, ਤੁਹਾਨੂੰ ਮੈਂ ਇਹ ਜਾਣ ਲਿਆ ਹੈ। ਚਰਨ ਕਮਲ ਕੀ ਸ਼ਰਨ ਪਰਨ ਦਿਓ। ਪੋਥੀ ਸਾਂਬਤ
ਰਹਿਓ ਇਸ ਲੇਹੋ। ਇਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇੱਕ ਬਖਸ਼ਿਸ਼ ਹੋਰ ਕਰ ਦੋ ਕਿ ਮੈਨੂੰ ਆਪਣੇ ਚਰਨ ਕਮਲਾਂ ਦਾ ਆਸਰਾ ਬਖਸ਼ਿਸ਼ ਕਰ ਦੋ ਮਹਾਰਾਜ। ਆਪਣੇ ਚਰਨਾਂ ਤੇ ਮੱਥਾ ਟੇਕਣ ਦੋ ਸਤਿਗੁਰੂ ਜੀ। ਤੁਹਾਡੇ ਚਰਨ ਮੇਰੇ ਹਿਰਦੇ ਚ ਆ ਜਾਣ ਤੇ ਆਪ ਜੀ ਪੋਥੀਆਂ ਕਬੂਲ ਕਰ ਲੋ। ਪਰੀ ਪੂਲ ਬਖਸ਼ਾਵਨ ਕਰਹੁ ਤਪਤ ਹਿਰਦੇ ਚਿਰ ਕੀ ਅਬ ਹਰਹੁ। ਸਤਿਗੁਰੂ ਜੀ ਜਿਹੜੀ ਮੇਰੇ ਤੋਂ ਗਲਤੀ ਹੋਈ ਹੈ ਨਾ ਮੈਂ ਬਖਸ਼ਾਣਾ ਚਾਹੁੰਦਾ ਹਾਂ ਕਿ ਮੇਰਾ ਹਿਰਦਾ ਤਪ ਰਿਹਾ ਸੀ ਬਹੁਤੇ ਸਾਲਾਂ ਤੋਂ, ਉਹ ਹਿਰਦਾ ਸ਼ਾਂਤ ਹੋ ਜਾਵੇ। ਮੈਂ ਤੁਹਾਡੇ ਚਰਨਾਂ ਤੇ ਮੱਥਾ ਟੇਕਾਂ, ਆਪਣੀ ਗਲਤੀ ਦੀ ਮਾਫੀ ਮੰਗਾ। ਸ਼੍ਰੀ ਅਰਜਨ ਸੁਨ ਕਰ ਸਭ ਕਾਰਨ। ਤੇ ਇਹ ਸਾਰਾ ਕਾਰਨ ਸੁਣ ਕੇ ਅਸਲ ਕਾਰਨ ਇਹ ਸੀ ਕਿਉਂ ਮੱਥਾ ਟੇਕਿਆ। ਬਾਬਾ ਮੋਹਨ ਜੀ ਨੇ ਗੁਰੂ ਅਰਜਨ ਦੇ ਚਰਨਾਂ, ਮਹਾਰਾਜ ਦੇ ਚਰਨਾਂ ਉੱਤੇ ਮਾਮਾ ਮੱਥਾ ਟੇਕਦਾ ਹੈ ਇੱਕ ਭਾਣਜੇ ਦੇ ਚਰਨਾਂ ਉੱਤੇ। ਇਹ ਤਾਂ ਸੰਸਾਰੀ ਰਿਸ਼ਤਾ ਹੈ, ਪਰ ਅਸਲ ਰਿਸ਼ਤਾ ਕੀ ਸੀ? ਪਹਿਲਾ ਮੱਥਾ ਨਹੀਂ ਟੇਕਿਆ। ਬਚਨ ਸੀ ਗੁਰੂ ਅਮਰਦਾਸ ਮਾਰ ਦਾ ਪੁੱਤਰ, ਜੇ ਇਹਨਾਂ ਦੇ ਚਰਨਾਂ ਤੇ ਮੱਥਾ ਨਹੀਂ ਟੇਕ ਰਿਹਾ ਗੁਰੂ ਰਾਮਦਾਸ ਮਹਾਰਾਜ ਜੀ ਦੇ, ਇਹਨਾਂ ਦਾ ਪੁੱਤਰ ਆਵੇਗਾ ਤੂੰ ਉਹਦੇ ਚਰਨਾਂ ਤੇ ਮੱਥਾ ਟੇਕੇਗਾ। ਤੇ ਸਤਿਗੁਰੂ ਜੀ ਇਹੀ ਕਾਰਨ ਹੈ। ਜਦੋਂ ਇਹ ਕਾਰਨ ਜਾਣਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ ਮਾਤੁਲ ਸਾਥੇ ਕੀਨ ਉਚਾਰਨ। ਆਪਣੇ ਮਾਮਾ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ ਹੈ, ਹਮ ਗਰਜੀ ਕੈਨੋ ਚਿਤ ਅਰਜੀ। ਮਾਮਾ ਜੀ ਇਹ ਸਾਡੀ ਗਰਜੀ ਹੈ। ਗਰਜੀ ਕਹਿੰਦੇ ਲੋੜ। ਅਸੀਂ ਲੋੜ ਕਰਕੇ ਤੁਹਾਡੇ ਚਰਨਾਂ 'ਚ ਇਹ ਬੇਨਤੀ ਕਰਦੇ ਹਾਂ, ਅਗਰ ਕਰੋ ਜਿਮ ਹੋਏ ਤੁਮ ਮਰਜੀ। ਅੱਗੇ ਤੁਹਾਡੀ ਮਰਜ਼ੀ ਹੈ, ਜੋ ਕਰਨਾ ਕਰੋ, ਪਰ ਸਾਡੀ ਬੰਦਨਾ ਵੀ ਕਬੂਲ ਕਰ ਲੋ। ਤੁਸੀਂ ਬ੍ਰਹਮ ਗਿਆਨੀ ਹੋ ਤੇ ਬ੍ਰਹਮ ਗਿਆਨੀ ਆਪ ਪਰਮੇਸ਼ਰ। ਜਿਹੜਾ ਬੰਦਾ ਨਿਵ ਗਿਆ ਨਾ, ਨਿਵੈ ਸਗੋਰਾ ਹੋਏ, ਤੁਸੀਂ ਵੱਡੇ ਬਣ ਗਏ ਹੋ ਬਸ। ਇਸ ਕਰਕੇ ਤੂੰ ਸਾਡੇ ਮਾਮਾ ਜੀ ਵੀ ਹੋ, ਵੱਡੇ ਵੀ ਹੋ ਤੇ ਬ੍ਰਹਮ ਗਿਆਨੀ ਵੀ ਹੋ। ਅਸੀਂ ਤੁਹਾਡੇ ਚਰਨਾਂ ਤੇ ਮੱਥਾ ਟੇਕਦੇ ਹਾਂ ਆਪਣੀ ਗਰਜੀ ਕਰਕੇ। ਹਮ ਹੈ ਅਲਪ ਸਰਬਈ ਰੀਤੀ। ਧੰਨ ਗੁਰੂ ਅਰਜਨ ਦੇਵ ਮਹਾਰਾਜ। ਦੇਖੋ ਇਹ ਸੀ ਸਹਿਨਸ਼ੀਲਤਾ, ਨਿਮਰਤਾ। ਕਹਿਣ ਲੱਗੇ ਪੁੱਤਰ ਅਸੀਂ ਤਾਂ ਹਰ ਰੀਤੀ ਨਾਲ, ਹਰ ਪ੍ਰਕਾਰ ਨਾਲ ਨੀਵੇਂ ਹਾਂ, ਖਾਕ ਹਾਂ, ਧੂੜੀ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ। ਧੂੜੀ ਵਿੱਚ ਲੁੜੰਦੜੀ ਸੋਹਾ, ਨਾਨਕ ਤੈ ਸਹਿ ਨਾਲੇ। ਜੇ ਕਿਸੇ ਬੰਦੇ ਅੰਦਰ ਇੱਕ ਗੁਣ ਵੀ ਆ ਜਾਵੇ ਨਾ ਗੁਰੂ ਸਾਹਿਬ ਦਾ, ਇੱਕ ਗੁਣ ਵੀ, ਗੁਣ ਤਾਂ ਬੇਅੰਤ ਹਨ। ਬੇਅੰਤਾ ਬੇਅੰਤ ਗੁਣ ਤੇਰੇ ਕਿਤ ਗਾਵਾ ਰਾਮ। ਇੱਕ ਗੁਣ ਵੀ ਆ ਜਾਵੇ ਨਾ, ਇਹ ਚਰਨ ਧੂੜੀ ਦਾ ਖਾਲਸਾ ਜੀ ਬਸ। ਵਾਹਿਗੁਰੂ 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 ਸਾਰੇ ਜਪੋ ਭਾਈ। ਵਾਹਿਗੁਰੂ 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 ਵਾਹਿਗੁਰੂ। ਉਹ ਖਾਲਸਾ ਹੈ ਬਸ। ਇਹ ਉਹ ਦਿਹਾੜਾ ਹੈ ਖਾਲਸੇ ਦਾ ਜੋ ਕੱਲ ਆਣਾ ਨਾ, ਉਹ ਅੱਜ ਬਣ ਜਾਏਗਾ। ਅੱਜ ਹੀ ਬਣ ਜਾਓ ਸਾਰੇ। ਅੱਜ ਕੱਲ ਬਣਨਾ ਹੈ। ਹਰ ਸਾਲ ਲੰਘ ਜਾਂਦਾ ਦਿਹਾੜਾ, ਪਰ ਅੱਜ ਹੀ ਬਣ ਜਾਓ ਭਾਈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਮਾਮਾ ਜੀ ਵੱਡੇ ਹੋ, ਬਖਸ਼ਿੰਦ ਹੋ, ਬ੍ਰਹਮ ਗਿਆਨੀ ਹੋ। ਅਸੀਂ ਤੁਹਾਡੇ ਚਰਨਾਂ 'ਚ ਧੂੜੀ ਬਣ ਕੇ ਰਹੀਏ, ਸਾਡੇ ਮਨ ਦੀ ਇਹੀ ਤਮੰਨਾ ਹੈ। ਤੁਮ ਵਿਸਾਲ ਚਿਤ ਧਾਰਤ ਪ੍ਰੀਤੀ। ਤੁਸੀਂ ਵੱਡੇ ਹੋ, ਵਿਸਾਲ ਕਹਿੰਦੇ ਵੱਡੇ, ਚਿਤ ਧਾਰਤ ਪ੍ਰੀਤੀ। ਤੁਹਾਡੇ ਹਿਰਦੇ 'ਚ ਪ੍ਰੇਮ ਹੈ। ਜਿਹਦੇ ਅੰਦਰ ਪ੍ਰੇਮ ਹੋਵੇ ਨਾ ਉਹ ਵੱਡਾ ਹੁੰਦਾ ਹੈ। ਇਹ ਪੰਜ ਪਿਆਰੇ ਇਹ ਪ੍ਰੇਮਾ ਭਗਤੀ ਵਾਲੇ ਸਨ ਖਾਲਸਾ ਜੀ। ਸਿੱਖੀ ਪੰਜ ਤਰ੍ਹਾਂ ਦੀ ਹੈ।
ਧੰਦੇ ਕੀ ਦੇਖਾ ਦੇਖੀ ਅਵਰੇਖੀ ਸਿੱਧ ਕੀ ਅਤੇ ਅਤੇ ਪੰਚਮ ਹੈ ਭਾਵ ਕੀ ਜਾਣ। ਪੰਚਮ ਅਤੇ ਪੰਚਮੀ ਕਹਿੰਦੀ ਹੈ ਭਾਵ ਕੀ ਜਾਣ, ਇਹ ਪ੍ਰੇਮ ਦੀ ਸਿੱਖੀ ਹੈ। ਪਹਿਲੀ ਧੰਦੇ ਕੀ, ਫਿਰ ਦੇਖਾ ਦੇਖੀ, ਫਿਰ ਅਵਰੇਖੀ, ਤੇ ਫਿਰ ਸਿਦਕ ਦੀ, ਤੇ ਪੰਚਮ ਅਹੇ ਭਾਵ ਕੀ ਜਾਣ। ਇਹ ਭਾਵ ਦੀ ਸਿੱਖੀ ਹੈ, ਇਹ ਪ੍ਰੇਮ ਹੈ। ਤੇ ਪ੍ਰੇਮ ਤੁਹਾਡੇ ਵਿੱਚ ਹੈ। ਜਿੰਨਾ ਪ੍ਰੇਮ ਤੁਹਾਡੇ ਵਿੱਚ ਹੈ, ਅਸੀਂ ਤੁਹਾਡੇ ਸੇਵਾਦਾਰ ਬਣ ਗਏ, ਤੁਸੀਂ ਸਾਡੇ ਗੁਰੂ ਬਣ ਗਏ ਹੋ। ਇਹਨੂੰ ਕਹਿੰਦੇ ਮਹਾਰਾਜ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਹੋ ਮੈਂ ਕਰੋ ਨਿਵਾਸ। ਖਾਲਸਾ ਮੇਰੋ ਸਤਿਗੁਰ ਪੂਰਾ, ਤੇ ਵੱਡਾ ਬਣ ਜਾਂਦਾ ਨਾ। ਇਸ ਕਰਕੇ ਤੁਹਾਡੇ ਅੰਦਰ ਪ੍ਰੇਮ ਹੈ, ਤੇ ਖਾਲਸਾ ਇਹੀ ਖਾਲਸਾ ਜੀਓ। ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜੇ ਜਾਣੀ, ਤੁਸੀਂ ਵੱਡੇ ਬਣ ਗਏ ਹੋ। ਰਾਵਰ ਬਾਤ ਨ ਜਾਏ ਹਟਾਇਓ। ਤੇ ਹੈ ਬਾਬਾ ਮੋਹਨ ਜੀ, ਤੁਹਾਡੇ ਜਿਹੜੇ ਬਚਨ ਹਨ ਸਾਡੇ ਤੋਂ ਹਟਾਏ ਨਹੀਂ ਜਾ ਸਕਦੇ। ਹਮ ਬਾਲਕ ਕਰ ਜਿਮ ਮਨ ਪਾਇਓ। ਅਸੀਂ ਤਾਂ ਬੱਚੇ ਹਾਂ, ਜਿਵੇਂ ਤੁਸੀਂ ਕਰਨਾ ਉਵੇਂ ਕਰ ਲੋ। ਸੁਨ ਮੋਹਨ ਪਰ ਮੁਦਤ ਬਿਸਾਲਾ। ਇਸ ਗੱਲ ਸੁਣ ਕੇ, ਬੇਨਤੀ ਸੁਣ ਕੇ ਗੁਰੂ ਸਾਹਿਬ ਦੀ, ਬਾਬਾ ਮੋਹਨ ਜੀ ਬੜੇ ਖੁਸ਼ ਹੋਏ। ਗੁਰ ਕੇ ਚਰਨ ਪਰਿਓ ਤਿਸ ਕਾਲਾ। ਸਤਨਾਮ। ਫਿਰ ਟੈ ਪਏ, ਉੜਦੇ ਸਨ, ਅੰਦਰੋਂ ਖਿੱਚ ਪੈਂਦੀ, ਫਿਰ ਟੈ ਪਏ, ਫਿਰ ਖਿੱਚ ਪੈਂਦੀ, ਫਿਰ ਟੈ ਪਏ। ਖਾਲਸਾ ਜੀ ਇਹਨੂੰ ਕਹਿੰਦੇ ਪ੍ਰੇਮ। ਜਿੱਧਰ ਪ੍ਰੇਮ ਦੀ ਖਿੱਚ ਪਵੇ ਨਾ, ਬੰਦਾ ਟਹਿ ਜਾਂਦਾ ਥੱਲੇ, ਉੱਥੇ ਟਹਿ ਪਈ ਮਹਾਰਾਜ। ਗੁਰੂ ਅਰਜਨ ਦੇਵ ਮਹਾਰਾਜ ਦੇ ਫਿਰ ਚਰਨਾਂ ਤੇ ਮੱਥਾ ਟੇਕਿਆ ਬਾਬਾ ਮੋਹਨ ਜੀ ਨੇ। ਹੱਥ ਜੋੜ ਨਮਰੀ ਅਤ ਪਈਉ। ਤੇ ਹੱਥ ਜੋੜ ਕੇ ਫਿਰ ਥੋੜੇ ਜਿਹੇ ਉੱਤੇ ਹੋਏ, ਫਿਰ ਢਹਿਣ ਲੱਗੇ, ਫਿਰ ਥੋੜੇ ਨੀਵੇਂ ਹੋ ਗਏ। ਇਹ ਮਹਾਰਾਜ, ਇਹ ਸਾਡੀ ਬੇਨਤੀ ਹੈ। ਬਖਸ਼ੋ ਗੁਨੇ ਭੂਲ ਜੋ ਗਈਉ। ਬਖਸ਼ੋ ਮਹਾਰਾਜ, ਮੇਰੇ ਗੁਨਾਹ ਬਖਸ਼ ਦੋ, ਔਗੁਣ ਬਖਸ਼ ਦੋ ਮਹਾਰਾਜ, ਮੈਂ ਭੁੱਲ ਗਿਆ ਸੀ, ਭੁੱਲ ਗਿਆ ਸੀ। ਨਮਰ ਪਇਓ ਮਾਤੁਲ ਕੋ ਹੀਰਾ। ਜਦੋਂ ਇਸ ਤਰ੍ਹਾਂ ਵੇਖਿਆ ਗੁਰੂ ਸਾਹਿਬ ਨੇ ਕਿ ਮਾਮਾ ਜੀ ਨੀਵੇਂ ਹੋ ਗਏ ਹਨ, ਚਰਨਾਂ ਤੇ ਢਹਿ ਪਏ ਹਨ। ਸ਼੍ਰੀ ਅਰਜਨ ਬਰ ਦੇ ਤਿਸ ਬੇਰਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਉਸ ਵੇਲੇ ਇਹ ਵਰ ਦੇਣ ਲੱਗੇ ਹਨ ਬਾਬਾ ਮੋਹਨ ਜੀ ਨੂੰ। ਚਤਰਥ ਪਦ ਕੋ ਪੂਰਨ ਕਰਿਓ। ਚੌਥਾ ਪਦਾ ਮੋਹਨ ਤੇਰੇ ਊਚੇ ਮੰਦਰ, ਮਹਿਲ ਅਪਾਰਾ। ਉਸੇ ਸ਼ਬਦ ਦਾ ਚੌਥਾ ਪਦਾ ਗੌੜੀ ਰਾਗ ਵਿੱਚ 248 ਅੰਗ ਤੇ ਚੌਥਾ ਪਦਾ ਮਹਾਰਾਜ ਜੀ ਉਚਾਰਨ ਕਰਨ ਲੱਗੇ ਹਨ। ਮੋਹਨ ਖੇਦ ਸਰਬ ਪਰ ਹਰਿਓ। ਤੇ ਇੱਕ ਪਦਾ ਉਚਾਰਨ ਕਰਕੇ ਮਹਾਰਾਜ ਨੇ ਬਾਬਾ ਮੋਹਨ ਜੀ ਦਾ ਸਾਰਾ ਦੁੱਖ ਹੀ ਖਤਮ ਕਰ ਦਿੱਤਾ। ਸ਼੍ਰੀ ਮੁਖ ਵਾਕ ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ। ਖਾਲਸਾ ਜੀ ਹੁਣ ਦੋਵੇਂ ਮੋਹਨ ਇੱਕ ਹਨ। ਉਹ ਵੀ ਮੋਹਨ ਹੈ, ਮਨ ਨੂੰ ਮੋਹਿਤ ਕਰਨ ਵਾਲਾ ਕਾਲਪੁਰਖ ਪਰਮੇਸ਼ਰ। ਮੋਹ ਨਾ ਜਿਹਦੇ ਮਨ ਵਿੱਚ ਮੋਹ ਨਹੀਂ, ਸਭ ਨੂੰ ਮੋਹਿਤ ਕਰਨ ਵਾਲਾ। ਮੋਹਿਤ ਕਹਿੰਦੇ ਆਕਰਸ਼ਿਤ ਕਰਨ ਵਾਲਾ। ਸਾਰੀ ਦੁਨੀਆ ਨੂੰ ਯਾਦ ਕਰਦੀ। ਕੋਈ ਕਹਿੰਦਾ ਹੈ ਧੰਨ ਮਾਤਾ, ਕੋਈ ਕਹਿੰਦਾ ਫਲਾਣਾ ਦੇਵਤਾ, ਕੋਈ ਕਹਿੰਦਾ ਧੰਨ ਗੁਰੂ ਨਾਨਕ। ਇੱਕੋ ਹੀ ਰੂਪ ਹਨ ਸਾਰੇ, ਸਭ ਦੀ ਆਪਣੀ ਆਪਣੀ ਸ਼ਰਧਾ ਹੈ। ਜਿੱਥੇ ਜੋ ਲੱਗਿਆ ਠੀਕ ਲੱਗਿਆ ਖਾਲਸਾ ਜੀ। ਖਾਲਸਾ ਪੰਥ ਸਭ ਤੋਂ ਉੱਚੇ ਹੈ। ਕਿਉਂ ਉੱਚਾ ਹੈ? ਖਾਲਸਾ ਪੰਥ ਜਪਦਾ ਹੈ ਜਾਗਤ ਜੋਤ ਨੂੰ, ਕਿਸੇ ਪੱਥਰਾਂ ਦੀ ਪੂਜਾ ਨਹੀਂ ਕਰਦਾ। ਸਭ ਤੋਂ ਉੱਚਾ ਖਾਲਸਾ ਪੰਥ ਹੈ। ਤੇ ਮੋਹਨ ਜੀ ਤੇ ਕਾਲਪੁਰਖ ਪਰਮੇਸ਼ਰ ਇੱਕੋ ਹੋ ਗਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇਹ ਅਲਾਪ ਕਰਦੇ, ਮੋਹਨ ਤੂੰ ਸੁਫਲ ਫਲਿਆ ਸਣ ਪਰਵਾਰੇ। ਮੋਹਨ ਜੀ ਤੁਸੀਂ ਪਰਮੇਸ਼ਰ ਵੀ ਹੋ। ਹੁਣ ਉਹੀ ਪਰਮੇਸ਼ਰ ਤੁਹਾਡੇ ਅੰਦਰ ਆ ਗਏ, ਇੱਕੋ ਹੀ ਬਣ ਗਏ ਨਾ। ਤੁਸੀਂ ਸੁਫਲ ਫਲਿਆ, ਫਲ ਸਹਿਤ ਹੋ ਗਏ ਹੋ। ਸਣ ਪਰਵਾਰੇ, ਪਰਿਵਾਰ ਦੇ ਸਹਿਤ ਤੁਹਾਡੇ ਅੰਦਰ ਰਸ ਆ ਗਿਆ ਹੈ, ਪ੍ਰੇਮ ਰਸ ਆ ਗਿਆ ਹੈ।
ਤੇ हे ਅਕਾਲ ਪੁਰਖ ਪਰਮੇਸ਼ਰ, ਤੁਸੀਂ ਐਸੇ ਵੱਡੇ ਬਾਗ ਵਾਲੇ ਹੋ, ਕਿਉਂਕਿ ਫਲ ਹੁੰਦਾ ਹੈ ਕਿਸੇ ਬਾਗ ਵਿੱਚ, ਸੁਫਲ ਫਲ ਵਾਲਾ। हे ਮਹਾਰਾਜ, ਸਾਰੀ ਦੁਨੀਆ ਤੁਹਾਡਾ ਬਾਗ ਹੈ। ਤੁਸੀਂ ਮਹਾਰਾਜ ਸਾਰੀ ਦੁਨੀਆ ਵਿੱਚ ਫੈਲੇ ਹੋਏ ਹੋ। ਸਣ ਪਰਿਵਾਰੇ, ਸਾਰੀ ਦੁਨੀਆ ਹੀ ਮਹਾਰਾਜ ਆਪ ਜੀ ਦਾ ਪਰਿਵਾਰ ਹੈ। ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ। हे ਮੋਹਨ ਜੀ, ਜਿਹੜੇ ਜਿਹੜੇ ਤੁਹਾਡੇ ਚਰਨਾਂ ਤੇ ਪੈ ਜਾਣਾ, ਤੁਸੀਂ ਉਹਨਾਂ ਦੇ ਸਾਰੇ ਪਰਿਵਾਰ ਦੇ ਜੀਵ ਵੀ ਤਾਰ ਦਿੰਦੇ ਹੋ। ਜਿਨਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਮੋਹਨ ਤੁਹਾਡੇ ਚਰਨਾਂ ਤੇ ਪੈ ਗਿਆ। ਇਹ ਮੋਹਨ ਵੀ ਇੱਕੋ ਹੋ ਗਏ ਨਾ। ਹੁਣ ਪੁੱਤਰ ਵੀ ਤਾਰ ਲਿਆ ਆਪਣਾ। ਹੁਣ ਕਈ ਕਹਿੰਦੇ ਉਹਨਾਂ ਦੇ ਪਰਿਵਾਰ ਨਹੀਂ ਸੀ, ਪਰਿਵਾਰ ਸੀ ਉਹਨਾਂ ਦਾ, ਪਿਛੇ ਜ਼ਿਕਰ ਆਇਆ ਨਾ ਉਹਨਾਂ ਦਾ। ਉਹਨਾਂ ਦੀ ਪਤਨੀ ਸੀ, ਪਰ ਅਜੇ ਔਲਾਦ ਨਹੀਂ ਹੋਈ ਸੀ। ਗੁਰੂ ਸਾਹਿਬ ਕੋਲ ਆਏ, ਕਹਿਣ ਲੱਗੇ ਮਹਾਰਾਜ, ਮਾਤਾ ਮਨਸਾ ਦੇਵੀ ਜੀ ਆਏ, ਸਤਿਗੁਰੂ ਜੀ ਬਾਬਾ ਮੋਹਨ ਜੀ ਦੀ ਪਤਨੀ ਹੈ, ਪਰ ਮੋਹਨ ਜੀ ਤਾਂ ਬਿਰਕਤ ਬਿਰਤੀ ਵਾਲੇ ਹਨ, ਉਹ ਤਾਂ ਸੰਗ ਕਰਦੇ ਹੀ ਨਹੀਂ, ਔਲਾਦ ਕਿਵੇਂ ਹੋਵੇਗੀ? ਤੜਫਦੀ ਪਈ ਹੈ ਔਲਾਦ ਕਰਕੇ। ਗੁਰੂ ਅਮਰਦਾਸ ਜੀ ਨੇ ਆਖਿਆ, ਬੇਟੀ ਮੋਹਨ ਦੇ ਸਾਹਮਣੇ ਚਲੀ ਜਾਈ ਸ਼ਰਧਾ ਕਰਕੇ, ਜੋ ਮੰਗੇਗੀ ਉਹੀ ਮਿਲ ਜਾਏਗਾ। ਬਸ ਜਦੋਂ ਨਿਗਾਹ ਪੈ ਗਈ ਨਾ ਉਹਨਾਂ ਦੀ, ਬਸ ਬੇੜਾ ਪਾਰ ਹੋ ਜਾਣਾ ਹੈ। ਤੇ ਖਾਲਸਾ ਜਦੋਂ ਗਈ ਸ਼ਰਧਾ ਕਰਕੇ, ਉਦੋਂ ਨਿਹਾਲ ਹੀ ਨਿਹਾਲ ਹੋ ਗਈ। ਬਸ ਔਲਾਦ ਆਪੇ ਬ੍ਰਹਮ ਗਿਆਨ ਦੀ ਬਿਰਤੀ ਵਾਲੇ ਆ ਗਏ। ਪਰਿਵਾਰ ਵਾਲੇ ਸੀ ਮੋਹਨ ਜੀ। ਮੋਹਨ ਤੂੰ ਸੁਫਲ ਫਰਿਆ ਸਣ ਪਰਿਵਾਰੇ, ਤੂੰ ਪਰਿਵਾਰ ਸਹਿਤ ਹੈ, ਪੁੱਤਰ ਵੀ ਤਾਰੇ, ਮਿੱਤਰ ਵੀ ਤਾਰੇ, ਤੇ ਸਾਰਾ ਪਰਿਵਾਰ ਹੀ ਤੁਸਾਂ ਨੇ ਤਾਰ ਲਿਆ ਹੈ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਜਿਨ੍ਹਾਂ ਨੇ ਤੁਹਾਡਾ ਦਰਸ਼ਨ ਕਰ ਲਿਆ ਹੈ ਮੋਹਨ ਜੀ, ਤਾਰਿਆ ਜਹਾਨ, ਲਹਿਆ ਅਭਿਮਾਨ, ਉਹਨਾਂ ਦਾ ਅਹੰਕਾਰ ਦੂਰ ਹੋ ਗਿਆ। ਜਿੱਥੇ ਅਹੰਕਾਰ ਦੂਰ ਹੋ ਗਿਆ, ਆਪ ਹੀ ਤਰ ਗਏ ਜਹਾਨ ਤੋਂ। ਖਾਲਸਾ ਜੀਓ, ਇਹ ਅਹੰਕਾਰ ਹੀ ਹੈ ਜਿਹੜਾ ਸਾਡੇ ਮਨ ਦਾ ਜਾਉਂਦਾ ਨਹੀਂ। ਤੇ ਮੋਹਨ ਜੀ ਤੁਹਾਡੇ ਦਰਸ਼ਨ ਕਰਕੇ ਕਈਆਂ ਦਾ ਅਹੰਕਾਰ ਚਲਾ ਗਿਆ ਤੇ ਸੰਸਾਰ ਸਾਗਰ ਤੋਂ ਪਾਰ ਹੋ ਗਏ। ਹੇ ਮੇਰੇ ਰੱਬ ਜੀ, ਜਿਨੀ ਤੁਧ ਨੂੰ ਧਨ ਕਿਹਾ, ਤਿਨ ਜਮ ਨੇੜ ਨ ਆਇਆ। ਹੇ ਰੱਬ ਜੀ, ਮੋਹਨ ਜੀ, ਜਿਨ੍ਹਾਂ ਨੇ ਆਖਿਆ ਧਨ ਮੋਹਨ, ਅਕਾਲ ਪੁਰਖ ਵੀ ਬ੍ਰਹਮ ਗਿਆਨੀ ਵੀ ਇੱਕੋ ਹੀ ਰੂਪ ਹਨ। ਜਿਨੇ ਤੁਧ ਨੂੰ ਧਨ ਕਿਹਾ, ਧਨ ਆਖਿਆ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਤਿੰਨ ਜਮ ਨੇੜ ਨ ਆਇਆ, ਉਹਨਾਂ ਦੇ ਨੇੜੇ ਜਮ ਵੀ ਨਹੀਂ ਆਉਂਦਾ, ਕੋਈ ਦੁੱਖ ਵੀ ਨਹੀਂ ਆਉਂਦਾ, ਉਹ ਚੜ੍ਹਦੀ ਕਲਾ ਵਿੱਚ ਹੀ ਰਹਿੰਦੇ ਹਨ। ਬੇਅੰਤ ਗੁਣ ਤੇਰੇ ਕਥੇ ਨ ਜਾਈ, ਸਤਿਗੁਰ ਪੁਰਖ ਮੁਰਾਰੇ। ਹੇ ਮੋਹਨ ਜੀ, ਤੁਸੀਂ ਸਤਿਗੁਰੂ ਹੋ, ਪੁਰਖ ਵਿਆਪਕ ਵੀ ਹੋ, ਮੁਰਾਰੇ ਮੂਲ ਨਾਮ ਦੇ ਰਾਖਸ਼ ਨੂੰ ਮਾਰਨ ਵਾਲੇ ਹੋ। ਤੁਹਾਡੇ ਬੇਅੰਤ ਗੁਣ ਹਨ, ਅਸੀਂ ਤੁਹਾਡੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਬੇਅੰਤਾ ਬੇਅੰਤ ਗੁਣ ਤੇਰੇ ਕਿਤ ਗਾਵਾਰਾ, ਤੇਰੇ ਚਰਨ ਹੈ ਚਰਨ ਧੂੜ, ਵਡ ਭਾਗੀ ਪਾਵਾਰਾ। ਤੁਹਾਡੇ ਕਿਹੜੇ ਕਿਹੜੇ ਗੁਣ ਬਿਆਨ ਕਰੀਏ। ਬੇਅੰਤ ਹਨ ਮਹਾਰਾਜ, ਤੁਸੀਂ ਐਸੇ ਵੱਡੇ ਪੁਰਖ ਹੋ, ਸਤਿਗੁਰ ਪੁਰਖ ਪਾਰ ਪਰਮੇਸ਼ਰ ਹੋ। ਬਿਨਵੰਤ ਨਾਨਕ
ਟੇਕ ਰਾਖੀ ਜਿਤ ਲਗ ਤਰਿਆ ਸੰਸਾਰੇ। ਗੁਰੂ ਅਰਜਨ ਦੇਵ ਮਹਾਰਾਜ ਜੀ ਅਰਦਾਸ ਹੀ ਕਰਦੇ ਹਨ, ਬਿਨਵੰਤ ਨਾਨਕ ਟੇਕ ਰਾਖੀ। ਮੋਹਨ ਜੀ, ਸਾਡੀ ਟੇਕ ਤੁਹਾਡੇ ਤੇ ਹੈ। ਤੁਸੀਂ ਬ੍ਰਹਮ ਗਿਆਨੀ ਹੋ, ਪਰਮੇਸ਼ਰ ਇੱਕੋ ਹੀ ਹੋ, ਅੰਦਰ ਤੁਹਾਡੇ ਅੰਦਰ ਹੀ ਹੈ। ਉਹਨਾਂ ਅੰਦਰ ਵੇਖਿਆ ਮਹਾਰਾਜ ਜੀ ਨੇ ਮੋਹਨ ਨੂੰ, ਸ਼ਾਂਤ ਚਿੱਤ ਵਾਲੇ। ਹੁਣ ਦੇਖੋ ਦੋਵੇਂ ਇੱਕ ਹਨ, ਮੋਹਨ ਵੀ ਅਕਾਲ ਪੁਰਖ ਪਰਮੇਸ਼ਰ ਵੀ। ਜਿਤ ਲਗ ਤਰਿਆ ਸੰਸਾਰੇ, ਤੁਹਾਡੇ ਚਰਨਾਂ ਤੇ ਲੱਗ ਕੇ ਕਈ ਤਰ ਜਾਣਗੇ, ਅਸੀਂ ਵੀ ਤਰ ਗਏ ਆ। ਸਾਨੂੰ ਟੇਕ ਤੁਹਾਡੀ ਹੈ। ਜਦੋਂ ਮਹਾਰਾਜ ਜੀ ਨੇ ਇਹ ਪਾਵਨ ਪੂਰਾ ਸ਼ਬਦ ਉਚਾਰਿਆ ਖਾਲਸਾ ਜੀ, ਮੋਹਨ ਜੀ ਨਿਹਾਲ ਹੀ ਨਿਹਾਲ ਹੋ ਗਏ। ਬਸ ਇੱਕੋ ਹੀ ਰੂਪ ਬਣ ਗਏ। ਹੁਣ ਮੋਹਨ ਜੀ ਫਿਰ ਬੇਨਤੀ ਕਰਨਗੇ, ਦੇਖੋ ਨੀਵੇਂ ਹੋ ਕੇ ਫਿਰ ਬੇਨਤੀ ਕਰਨਗੇ ਤੇ ਕਿਵੇਂ ਮਹਾਰਾਜ ਹੋਰ ਬਖਸ਼ਿਸ਼ ਕਰਨਗੇ। ਇਹ ਵਾਰਤਾ ਆਪ ਜੀ ਅਗਲੇ ਪ੍ਰਕਰਨਾਂ ਵਿੱਚ ਸ਼ਰਵਣ ਕਰਨਾ। ਅੱਜ ਇੱਕ ਦਿਹਾੜਾ ਵੀ ਹੈ, ਦਸਤਾਰ ਦਿਵਸ ਹੈ, ਸ਼ਾਨ ਦਿਵਸ ਹੈ ਖਾਲਸੇ ਦਾ। ਉਹ ਸ਼ਾਨ ਦਿਵਸ ਕਿਹੜਾ ਹੈ? ਭਾਵੇਂ ਕੋਈ ਬੱਚਾ ਵੀ ਹੋਵੇ ਨਾ, ਦਸਤਾਰ ਸਾਲੇ ਵੱਡਾ ਹੋ ਜਾਂਦਾ ਹੈ ਖਾਲਸਾ ਜੀ। ਉਹ ਸ਼ਾਨ ਹੈ ਖਾਲਸੇ ਦੀ, ਵਿਲੱਖਣਤਾ ਹੈ, ਉਚਤਾਈ ਹੈ। ਬਾਬਾ ਫਤਿਹ ਸਿੰਘ ਛੋਟੇ ਜਿਹੇ ਸਨ। ਇਹ ਘਟਨਾ ਲਗਭਗ 1703 ਤੋਂ ਅੱਗੇ ਦੀ, 3 ਤੋਂ ਬਾਅਦ ਦੀ ਘਟਨਾ, 4 ਤੋਂ ਪਹਿਲਾਂ ਲਗਭਗ ਉਮਰ ਸੀ 3 ਸਾਲ ਦੀ ਬਾਬਾ ਫਤਿਹ ਸਿੰਘ ਜੀ ਦੀ। ਕਲਗੀਧਰ ਪਾਤਸ਼ਾਹ ਦੇ ਲਖਤੇ ਜ਼ਿਕਰ ਤੇ ਉਧਰ ਬਾਬਾ ਅਜੀਤ ਸਿੰਘ ਜੀ, ਜੁਹਾਰ ਸਿੰਘ ਜੀ ਗੱਤਕਾ ਖੇਡਦੇ ਪਏ। ਸਿੰਘਾਂ ਦਾ ਕੰਮ ਹੈ ਗੱਤਕਾ ਖੇਡਣਾ। ਯੋਧਿਆਂ ਦੇ ਸਪੁੱਤਰ ਹਨ, ਸਾਹਿਬਜ਼ਾਦੇ ਹਨ, ਗੱਤਕਾ ਹੀ ਖੇਡਣਾ ਹੈ। ਬਾਬਾ ਫਤਿਹ ਸਿੰਘ ਜੀ ਆ ਗਏ, ਕਹਿਣ ਲੱਗੇ, ਵੀਰ ਮੈਂ ਵੀ ਗੱਤਕਾ ਖੇਡਾਂ, ਮੇਰਾ ਵੀ ਮਨ ਕਰਦਾ ਹੈ। ਅਜੀਤ ਸਿੰਘ ਜੀ ਕਹਿਣ ਲੱਗੇ, ਨਹੀਂ ਫਤਿਹ ਸਿੰਘ, ਤੂੰ ਅਜੇ ਛੋਟਾ ਹੈ, ਤੇਰਾ ਕੱਦ ਛੋਟਾ ਹੈ, ਅਜੇ ਤੂੰ ਨਹੀਂ ਖੇਡ ਸਕਦਾ, ਵੱਡਾ ਹੋ ਜਾ ਫਿਰ ਖੇਡੀ। ਥੋੜਾ ਜਿਹਾ ਬੈਰਾਗ ਆ ਗਿਆ ਬਾਬਾ ਫਤਿਹ ਸਿੰਘ ਜੀ ਦੇ ਮਨ ਵਿੱਚ। ਇਕੱਲੇ ਹੀ ਤੁਰ ਪਏ ਉੱਥੋਂ ਖਾਲਸਾ ਜੀ। ਬੱਚੇ ਸਨ, ਜੇ ਬੱਚਾ ਰੁੱਠ ਜਾਂਦਾ ਹੈ, ਰੁੱਠ ਕੇ ਤੁਰ ਪਏ। ਜਿੱਥੇ ਗੁਰਦੁਆਰਾ ਦੁਮਾਲਗੜ੍ਹ ਸਾਹਿਬ ਹੈ ਨਾ, ਉੱਥੇ ਜਾ ਕੇ ਇੱਕ ਨਾਲ ਸੇਵਾਦਾਰ ਲੈ ਲਿਆ, ਕਹਿਣ ਲੱਗਾ, ਆ ਜਾ ਭਰਾਵਾ ਮੇਰੇ ਕੋਲ ਆ ਤੂੰ। ਤੇ ਦਮਾਲਾ ਸਜਾਣ ਲੱਗੇ, ਉੱਚਾ ਦਮਾਲਾ ਸਜਾਣਾ ਔਖਾ, ਖਾਲਸਾ ਹੱਥ ਜਾਂਦਾ ਨਹੀਂ। ਦੇਖੋ ਸਿੰਘ ਨਾਲ ਲੈ ਲਿਆ, ਤੂੰ ਸਜਾਈ ਜਾ ਮੇਰੇ ਉੱਤੇ। ਉਹ ਇਤਨਾ ਉੱਚਾ ਹੋ ਗਿਆ, ਜਿਤਨੇ ਆਪ ਸਨ ਨਾ ਆਪਣੇ ਤੋਂ ਡਬਲ ਹੋ ਗਿਆ ਖਾਲਸਾ ਜੀ। ਤਿਆਰ ਪਰ ਤਿਆਰ ਹੋ ਕੇ, ਨੀਲਾ ਚੋੜਾ ਪਾ ਕੇ, ਵੱਡੀ ਤਲਵਾਰ 3 ਫੁੱਟ ਦੀ ਸਜਾ ਕੇ, ਤਲਵਾਰ ਨਾਲ ਲਮਕਦੀ ਆਵੇ, ਥੱਲੇ ਰਗੜਦੀ ਆਵੇ, ਕਮਰ ਕੱਸਾ ਲਗਾ ਕੇ, ਬਰਛਾ ਰਹਿ ਕੇ ਬਾਬਾ ਫਤਿਹ ਸਿੰਘ ਜੀ ਆ ਗਏ। ਦੀਵਾਰ ਵਿੱਚ ਪਹੁੰਚੇ ਤੇ ਕਲਗੀਧਰ ਪਾਤਸ਼ਾਹ ਉੱਠ ਕੇ ਖੜੇ ਹੋ ਗਏ ਤੇ ਕਹਿਣ ਬਾਬਾ ਫਤਿਹ ਸਿੰਘ ਕਹਿਣ ਲੱਗੇ, ਦੇਖਿਆ ਵੀਰ ਮੈਂ ਵੱਡਾ ਹੋ ਗਿਆ? ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਪੁੱਤਰ ਤੂੰ ਵੱਡਾ ਹੀ ਹੈ, ਬਸ ਜਿਹੜਾ ਵੱਡਾ ਕਾਰਜ ਤੂੰ ਕਰੇਗਾ, ਤੇਰੇ ਵਰਗਾ ਕਾਰਜ ਕੋਈ ਕਰੇਗਾ ਨਹੀਂ ਸਾਰੀ ਦੁਨੀਆ ਤੇ। ਪੁੱਤਰ ਤੇਰੀ ਵੱਡਤਾਈ ਇਹ ਦਸਤਾਰ ਨਹੀਂ, ਤੇਰੀ ਇੱਕ ਅੰਦਰਲੀ ਐਸੀ ਸ਼ਹੀਦੀ ਹੈ, ਉਹ ਦਸਤਾਰ ਤੋਂ ਵੱਧ ਕੇ ਹੋਵੇਗੀ। ਤੇਰੇ ਦਸਤਾਰ ਹੀ ਕਹਿੰਦੀ ਹੈ ਇਹ ਵੱਡਾ ਹੋ ਗਿਆ ਪੁੱਤਰ। ਅੱਜ ਤੇ ਐਸੇ ਦਸਤਾਰਾ ਉਹ ਖਾਲਸੇ ਦੇ ਨਿਹੰਗ ਸਿੰਘ ਦਮਾਲੇ, ਉਹ ਖਾਲਸਾ ਜੀ ਅੱਜ ਉਹ ਦਿਹਾੜਾ ਹੈ। ਇਹ ਸ਼ਾਨ ਹੈ ਖਾਲਸੇ ਦੀ, ਇਹ ਸਾਡੀ ਵੱਡਤਾਈ ਹੈ, ਇਹ ਐਸੀ ਹੈ ਖਾਲਸਾ ਜੀ ਸਾਡੀ ਸ਼ਾਨ। ਇਹ ਹਰ ਸਿੱਖ ਦੇ ਸੀਸ ਤੇ ਝੋਲੇ ਖਾਲਸਾ ਜੀ। ਜਿਹਦੇ ਦਸਤਾਰ ਨਹੀਂ ਉਹਨੂੰ ਸਰਦਾਰ ਜੀ ਨਹੀਂ ਕਹਿ ਸਕਦੇ। ਸਰਦਾਰ ਪਿਛਲੇ ਸਾਲ ਦਾਸ ਇੱਧਰ ਰਾਜਸਥਾਨ ਗਿਆ, ਉੱਥੇ ਬੜੇ ਸੋਹਣੇ ਕਵੀ ਮਿਲੇ। ਉਹਨਾਂ ਨੇ 2 ਪੰਕਤੀਆਂ ਆਖੀਆਂ, ਕਹਿੰਦੇ ਐੜਾ ਅੱਖਰ ਜਿਹਦੇ ਅੱਗੇ ਲੱਗ ਜਾਵੇ ਨਾ ਉਹ ਨੈਗੇਟਿਵ ਹੋ ਜਾਂਦਾ ਹੈ। ਨੈਗੇਟਿਵ ਜਿਵੇਂ ਅਰੂਪ, ਐੜਾ ਲੱਗ ਗਿਆ, ਰੂਪ ਤੋਂ ਬਿਨਾ, ਅਸੰਗ, ਸੰਗ ਤੋਂ ਬਿਨਾ। ਪਰ ਐੜਾ ਅੱਖਰ ਇੱਕ ਅੱਖਰ ਦੇ ਅੱਗੇ ਲੱਗਦਾ ਹੈ ਤੇ ਉਹਨੂੰ ਚੜ੍ਹਦੀ ਕਲਾ ਚ ਲੈ ਜਾਂਦਾ ਹੈ। ਕਿਹਦੇ ਅੱਗੇ? ਸਰਦਾਰ ਤੇ असरदार, सरदार ते असरदार। जिस काम में सरदार पड़ जाए वो काम असरदार होता है।
जिस काम में सरदार पड़ जाए, ते अगे अड़ा लग गया ना, असरदार वो काम असरदार। असरदार कहते चढ़दी कला वाला, वो काम रस वाला बन जाता है। खालसा जी ये है खालसे दी सरदारी, ये है साडी शान। अज ओ दिहाड़ा है खालसा जी, ते कल सारे तैयार बर तैयार होइए, गुरु वाले बनिए। अमृत दा बाटा कल तैयार होना है। आप सारे खालसा पंथ जड़े जे निगुरे हन, मन बनाओ। मन तो कभी मनना नहीं तुहाडा, बुढ़े होके कर लांग, बुढ़े होके फिर कुछ नहीं बनना, घंटी वज जानी साडी। इस करके तैयार पर तैयार होइए, अजे ही शुरू बना लो भाई। बच्चे बच्चे लग जाओ सारे तैयार पर तैयार होके, तैयार पर तैयार बनो। रहन ही रह सोई सिख मेरा, ओ साहिब मैं उसका चेहरा। रहत बिना ना सिख कहावे, रहत बिना दर चोटा खावे। चोटा नहीं खानिया, चढ़दी कला विच रहना है। ते कल खालसा जी अमृत दा बाटा तैयार होना है। गुरुद्वारा दूप निवारण साहब इत्थे सवेरे लगभग 9 वजे अखंड जाप जी दे भोग पाए जाणगे। उपरंत गुरबाणी कीर्तन अते ढाडी वारा होणगीਆਂ 12 वजे तक अमृतसर हाल विच ही उत्थे समागम है। उत्थे अखंड पाठ दे भोग पाए जाणगे ते लगभग 12 वजे खंडे बाटे दा अमृत ये तैयार होना है। आप सारे गुरु वाले बनिए। दिन का समागम गुरुद्वारा दुख निवारण साहब है, ते रात का समागम गुरुद्वारा खेल साहब है। वह भी SGPC का पावन स्थान है खालसा जी। शाम 7 तो लैके 10 बजे तक समागम है। गुरु के लंगर टुट वरतणगे। आप सबना ने हाजरियां भरनिया। गुरुद्वारा खेल साहब 22 नंबर फाटक। ये बहुत घट लोगों को पता है, असीं दस्सिया ही नहीं किसी को। जिथे संता महापुरखा ने बंदगी की, बाबा दयाल सिंह ने उत्थे खेड़ बनाती। आओ भाई पशु तुसी पानी पी जा। पशु नहीं देखा उन्होंने, रब वेख्या उन्होंने विच। कोई गां आ गई, लै भैणा तू पानी पी दे। रब वेख्या उन्होंने, जोत जोत वेख्या उन्होंने हर जीव विच। वो बाबा दयाल सिंह जिथे बंदगी की उन्होंने, अज भी बंदगी बरकरार है। उत्थे धन गुरु ग्रंथ साहिब महाराज सब नूं बख्शिश वंडी जा रहे खालसा जीओ। ते उत्थे पावन स्थान 22 नंबर फाटक गुरुद्वारा खेल साहब पुल के थले पावन स्थान है। ते उत्थे आप समूह संगतां ने कल रात्रि दे दीवान हन, सब ने हाजरियां भरनियां। गुरबाणी कीर्तन कथा विचारा भी होणगियां अते गुरु के लंगर टुट वरतणगे। इस करके आपने खालसा साजना दिवस मिल के मनाना ते यही करना। आत्म रस जो जानही सो है खालस देव। प्रभ मह मोह मह तास मह रंचक नाहिन भेव। ऐसी बख्शिश महाराज सब नाते करन। इतनियां ही बेनतियां आप जी ने प्रवान करनिया जी। अखरवाद घाट भुल चुक दी खिमा।